ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਸਟੱਡੀ ਕੀਤਾ ਸੀ ਕਿ 3 ਫੇਸ ਪਾਵਰ ਜਿਹੜੀ ਆਪਾਂ ਕਿੱਦਾਂ ਮੇਅਰ ਕਰਦੇ ਹਾਂ 3 ਫੇਸ ਸਰਕਟ ਦੇ ਵਿੱਚ ਪਾਵਰ। ਸੋ ਉਹਦੇ ਵਿੱਚ ਆਪਾਂ 2 ਵਾਟਮੀਟਰ ਜਾਂ 3 ਵਾਟਮੀਟਰ ਜਿਹੜੇ ਸੀਗੇ ਯੂਜ਼ ਕਰਕੇ ਆਪਾਂ 3 ਫੇਸ ਸਰਕਟ ਦੀ ਪਾਵਰ ਮੇਅਰ ਕਰ ਸਕਦੇ ਹਾਂ। ਸੋ ਉਹਦੇ ਬਾਰੇ ਤੁਸੀਂ ਪੜ੍ਹਿਆ ਲਾਸਟ ਟਾਈਮ, ਦੁਬਾਰਾ ਦੇਖਣਾ, ਦੁਬਾਰਾ ਵੀ ਦੇਖ ਲਿਓ। ਜੇ ਨਹੀਂ ਸਮਝ ਲੱਗਾ ਦੱਸ ਦਿਓ, ਤੁਹਾਨੂੰ ਦੁਬਾਰਾ ਵੀ ਕਰਵਾ ਦੇਵਾਂਗੇ। ਸਿੰਪਲ ਆ ਟੌਪਿਕ ਬਿਲਕੁਲ ਉਹ ਵੀ। ਸੋ ਉੱਦਾਂ ਹੀ ਆਪਣੇ ਕੋਲ ਅੱਜ ਜਿਹੜਾ ਆਪਾਂ ਸਟੱਡੀ ਕਰਨਾ ਹੈ ਚੈਪਟਰ, ਉਹਦਾ ਨਾਮ ਹੈ ਮੇਅਰਮੈਂਟ ਆਫ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼। ਦੇਖੋ ਇਲੈਕਟ੍ਰੀਕਲ ਕੁਆਂਟੀਟੀਜ਼ ਆਪਣੇ ਕੋਲ ਆ ਜਾਂਦੀਆਂ ਲਾਈਕ ਵੋਲਟੇਜ, ਕਰੰਟ, ਪਾਵਰ, ਪਾਵਰ ਫੈਕਟਰ, ਦੈਨ ਰੈਜ਼ਿਸਟੈਂਸ, ਇੰਡਕਟੈਂਸ, ਕਪੈਸਿਟੈਂਸ। ਇਹ ਸਾਰੀਆਂ ਆਪਣੇ ਕੋਲ ਇਲੈਕਟ੍ਰੀਕਲ ਕੁਆਂਟੀਟੀਜ਼ ਨੇ, ਠੀਕ ਆ, ਜਿਨ੍ਹਾਂ ਨੂੰ ਆਪਾਂ ਵੋਲਟ ਮੀਟਰ, ਐਮੀਟਰ ਜਾਂ ਹੋਰ ਬ੍ਰਿਜਸ ਆਪਾਂ ਪੜ੍ਹੇ ਸੀਗੇ, ਸਾਰੀਆਂ ਚੀਜ਼ਾਂ ਯੂਜ਼ ਕਰਕੇ ਆਪਾਂ ਮੇਅਰ ਕਰ ਸਕਦੇ ਹਾਂ। ਬਟ ਹੁਣ ਜੇ ਆਪਾਂ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼ ਜਿਹੜੀਆਂ ਨੇ ਉਹਨਾਂ ਨੂੰ ਮੇਅਰ ਕਰਨਾ ਹੋਵੇ, ਉਹ ਕਿੱਦਾਂ ਕਰਾਂਗੇ ਆਪਾਂ, ਉਹੀ ਆਪਾਂ ਪੜ੍ਹਨਾ ਹੈ ਅੱਜ ਦੇ ਜਿਹੜੇ ਚੈਪਟਰ ਆ ਉਹਦੇ ਵਿੱਚ, ਅੱਜ ਦੇ ਟੌਪਿਕ 'ਚ। ਸੋ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼ ਦੇਖੋ ਕਾਫੀ ਤਰ੍ਹਾਂ ਦੀਆਂ ਆ ਜਾਂਦੀਆਂ, ਲਾਈਕ ਲੈਂਥ, ਡਿਸਪਲੇਸਮੈਂਟ, ਦੈਨ ਆਪਣੇ ਕੋਲ ਆ ਜਾਂਦਾ ਡਿਸਟੈਂਸ ਆ ਗਿਆ, ਠੀਕ ਹੈ। ਡਿਸਟੈਂਸ ਤੋਂ ਬਾਅਦ ਆਪਣੇ ਕੋਲ ਵੇਟ ਆ ਗਿਆ, ਸਟ੍ਰੈਸ ਆ ਗਈ, ਠੀਕ ਹੈ, ਟੈਂਸ਼ਨ ਆ ਗਈ। ਇਹ ਸਾਰੀਆਂ ਜਿਹੜੀਆਂ ਹੁੰਦੀਆਂ ਇਹ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼ ਨੇ। ਸੋ ਇਹਨਾਂ ਨੂੰ ਕਿੱਦਾਂ ਮੇਅਰ ਕਰਨਾ, ਉਹੀ ਅੱਜ ਆਪਾਂ ਸਟੱਡੀ ਕਰਨਾ ਟੌਪਿਕ ਦੇ ਵਿੱਚ, ਇਹੀ ਆਪਣਾ ਟੌਪਿਕ ਆ। ਸੋ ਉਹ ਜਿਹੜੇ ਇਕਵਿਪਮੈਂਟ ਹੁੰਦੇ ਆ ਜਾਂ ਇੱਕ ਸੈਗਮੈਂਟ ਕਹਿ ਲਓ ਜਿਹਦੇ ਨਾਲ ਆਪਾਂ ਕੀ ਆ ਨੋਨ ਇਲੈਕਟ੍ਰੀਕਲ ਕੁਆਂਟੀਟੀਜ਼ ਨੂੰ ਮੇਅਰ ਕਰਦੇ ਹਾਂ ਬਾਈ ਯੂਜ਼ਿੰਗ ਇਲੈਕਟ੍ਰੀਸਿਟੀ, ਤਾਂ ਉਹਨੂੰ ਆਪਾਂ ਕਹਿੰਦੇ ਆ ਟਰਾਂਜ਼ਿਸਟਰ, ਠੀਕ ਆ। ਸੋ ਜਿਹੜੇ ਜਿੰਨੇ ਵੀ ਇਕਵਿਪਮੈਂਟ ਹੁੰਦੇ ਟਰਾਂਜ਼ਿਸਟਰ ਹੁੰਦੇ। ਟਰਾਂਜ਼ਿਸਟਰ ਅੱਗੇ ਜਿਹੜੇ ਹੁੰਦੇ ਆ ਕਾਫੀ ਤਰ੍ਹਾਂ ਦੇ ਹੁੰਦੇ ਆ, ਬਟ ਜਿਹੜਾ ਮੇਨ ਇੱਕ ਟਰਾਂਜ਼ਿਸਟਰ ਹੁੰਦੇ ਆ, ਉਹ ਨਾਮ ਜਿਹੜਾ ਆਪਾਂ ਕਹਿ ਲਓ ਵੀ ਉਸ ਜਿਹੜੀ ਇਕਵਿਪਮੈਂਟ ਹੋ ਗਿਆ ਜਿਹੜਾ ਨੋਨ ਇਲੈਕਟ੍ਰੀਕਲ ਕੁਆਂਟੀਟੀ ਨੂੰ ਮੇਅਰ ਕਰਦਾ ਹੈ ਇਲੈਕਟ੍ਰੀਕਲ ਕੁਆਂਟੀਟੀ 'ਚ ਕਨਵਰਟ ਕਰਕੇ, ਉਹਨੂੰ ਆਪਾਂ ਟਰਾਂਜ਼ਿਸਟਰ ਕਹਿ ਦਿੰਦੇ ਆ, ਠੀਕ ਹੈ, ਯਾਦ ਰੱਖਿਓ। So broadly a device that is actuated by one form of energy and supply energy in same form or in another convenient form is known as transistor। ਯਾਨੀ ਕਿ ਇੱਕ ਡਿਵਾਈਸ ਜਿਹੜੀ ਕਿ ਇੱਕ એનર્ਜੀ ਦੀ ਫਾਰਮ ਨੂੰ ਦੂਸਰੀ 'ਚ ਕਨਵਰਟ ਕਰਕੇ ਜਾਂ ਉਸੇ ਫਾਰਮ 'ਚ ਕਨਵਰਟ ਕਰਕੇ ਆਪਾਂ ਨੂੰ ਸ਼ੋ ਕਰਦੇ ਹਾਂ, ਉਹਨੂੰ ਆਪਾਂ ਟਰਾਂਜ਼ਿਸਟਰ ਕਹਿ ਦਿੰਦੇ ਹਾਂ। ਲਾਈਕ ਜਿੱਦਾਂ ਲੈਂਥ ਆ, ਲੈਂਥ ਨੂੰ ਆਪਾਂ ਕੀ ਕਰਦੇ ਹਾਂ ਟਰਾਂਜ਼ਿਸਟਰ ਯੂਜ਼ ਕਰਕੇ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਉਹਨੂੰ ਕਨਵਰਟ ਕਰਦੇ ਨੇ, ਜਾਂ ਉਹਨੂੰ ਰੈਜ਼ਿਸਟੈਂਸ ਦੇ ਵਿੱਚ ਆਪਾਂ ਕਨਵਰਟ ਕਰ ਦਿੰਦੇ ਹਾਂ। ਤਾਂ ਉਹ ਜਿਹੜੀ ਰੈਜ਼ਿਸਟੈਂਸ ਹੁੰਦੀ ਉਹਦੇ ਕੋਰਸਪੋਂਡਿੰਗਲੀ ਆਪਾਂ ਨੂੰ ਰੀਡਿੰਗ ਆ ਜਾਂਦੀ ਹੈ ਸਿਸਟਮ ਦੇ ਉੱਪਰ ਕਿ ਇੰਨੀ ਆਪਣੇ ਕੋਲ ਜਿਹੜੀ ਆ ਲੈਂਥ ਆ ਸਿਸਟਮ ਦੀ, ਜਾਂ ਜਿਹੜੀ ਵੀ ਚੀਜ਼ ਮੇਅਰ ਕਰਦੇ ਉਹਦੀ ਇੰਨੀ ਲੈਂਥ ਆ। ਸੋ ਉਹ ਜਿਹੜਾ ਹੁੰਦਾ ਡਿਵਾਈਸ ਹੁੰਦੀ ਉਹਨੂੰ ਆਪਾਂ ਟਰਾਂਜ਼ਿਸਟਰ ਕਹਿ ਦਿੰਦੇ ਹਾਂ। ਸੋ ਐਨ ਇਲੈਕਟ੍ਰੀਕਲ ਟਰਾਂਜ਼ਿਸਟਰ ਇਜ਼ ਅ ਡਿਵਾਈਸ ਵਿਚ ਇਜ਼ ਕੈਪੇਬਲ ਆਫ ਕਨਵਰਟਿੰਗ ਫਿਜ਼ੀਕਲ ਕੁਆਂਟੀਟੀ ਇਨਟੂ ਅ ਪ੍ਰੋਪੋਰਸ਼ਨਲ ਇਲੈਕਟ੍ਰੀਕਲ ਕੁਆਂਟੀਟੀ ਸਚ ਐਜ਼ ਵੋਲਟੇਜ ਔਰ ਇਲੈਕਟ੍ਰਿਕ ਕਰੰਟ। ਸੋ ਇਲੈਕਟ੍ਰੀਕਲ ਟਰਾਂਜ਼ਿਸਟਰ ਜਿਹੜੇ ਹੁੰਦੇ ਆ ਉਹ ਡਿਵਾਈਸ ਹੁੰਦੇ ਆ ਜਿਹੜੇ ਕੀ ਕਰਦੇ ਆ ਫਿਜ਼ੀਕਲ ਕੁਆਂਟੀਟੀ ਨੂੰ ਕੀ ਕਰਦੇ ਆ ਇਲੈਕਟ੍ਰੀਕਲ ਕੁਆਂਟੀਟੀ ਜਿੱਦਾਂ ਵੋਲਟੇਜ ਜਾਂ ਕਰੰਟ ਦੇ ਵਿੱਚ ਕਨਵਰਟ ਕਰਕੇ ਆਪਾਂ ਨੂੰ ਕੀ ਆ ਦੱਸ ਦਿੰਦੇ ਆ। ਬਾਕੀ ਇਹ ਕਿਸੇ ਵੀ ਕੁਆਂਟੀਟੀ ਨੂੰ ਜਿਹੜਾ ਆ ਕਨਵਰਟ ਕਰ ਸਕਦੇ ਆ ਇਲੈਕਟ੍ਰੀਕਲ ਸਿਗਨਲ ਦੇ ਵਿੱਚ, ਚਾਹੇ ਲੈਂਥ ਹੋਵੇ, ਚਾਹੇ ਡਿਸਟੈਂਸ ਹੋਵੇ, ਚਾਹੇ ਡਿਸਪਲੇਸਮੈਂਟ ਹੋਵੇ, ਚਾਹੇ ਵੇਟ ਹੋਵੇ, ਕਿਸੇ ਵੀ ਸਿਗਨਲ ਨੂੰ ਕਨਵਰਟ ਕਰ ਸਕਦੇ ਜਿਹੜੇ ਟਰਾਂਜ਼ਿਸਟਰ ਹੁੰਦੇ ਆ। ਸੋ ਕੋਈ ਵੀ ਫਿਜ਼ੀਕਲ ਕੁਆਂਟੀਟੀ ਆ, ਲਾਈਕ ਆਪਣੇ ਕੋਲ ਪ੍ਰੈਸ਼ਰ ਆ ਜਾਂ ਪ੍ਰੈਸ਼ਰ ਲੈਵਲ ਆ ਕਿਸੇ ਵੀ ਚੀਜ਼ ਦਾ, ਅਪ ਲੈਵਲ ਜਾਂ ਡਾਊਨ ਲੈਵਲ, ਜਾਂ ਆਪਣੇ ਕੋਲ ਟੈਂਪਰੇਚਰ ਆ ਜਾਂ ਡਿਸਪਲੇਸਮੈਂਟ ਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫਿਜ਼ੀਕਲ ਕੁਆਂਟੀਟੀ ਚਾਹੀਦੀਆਂ ਸਾਰੀਆਂ ਆਪਾਂ ਜਿਹੜੀਆਂ ਮੇਅਰ ਕਰ ਸਕਦੇ ਹਾਂ। ਸੋ ਆਊਟਪੁੱਟ ਵਿਚ ਇਜ਼ obtained from transistor is an electrical form and is equivalent to the mere quantity। ਯਾਨੀ ਕਿ ਜਿਹੜੀ ਆਪਣੇ ਕੋਲ ਟਰਾਂਜ਼ਿਸਟਰ ਦੀ ਆਊਟਪੁੱਟ ਆਉਂਦੀ ਆ ਉਹ ਇਲੈਕਟ੍ਰੀਕਲ ਫਾਰਮ 'ਚ ਆਉਂਦੀ ਆ, ਸਿਗਨਲ 'ਚ ਆਉਂਦੀ ਆ, ਜਿਹੜੀ ਕੀ ਹੁੰਦੀ ਆ ਇਕੁਇਵਲੈਂਟ ਹੁੰਦੀ, ਜਿੰਨੀ ਵੀ ਆਪਾਂ ਮੇਅਰ ਕੀਤੀ ਆ ਕੁਆਂਟੀਟੀ ਉਹਦੇ ਇਕੁਇਵਲੈਂਟ। ਬਾਕੀ ਆਪਣੇ ਕਾਫੀ ਤਰ੍ਹਾਂ ਦੇ ਅਲੱਗ-ਅਲੱਗ ਟਰਾਂਜ਼ਿਸਟਰ ਆ ਜਾਂਦੇ ਆ, ਠੀਕ ਆ, ਜਿਹਨਾਂ ਨੂੰ ਸਟੱਡੀ ਕਰਨਾ ਜਿੱਦਾਂ ਸਟ੍ਰੇਨ ਗੇਜ ਹੋ ਗਿਆ, ਉਹਨੂੰ ਆਪਾਂ ਵੇਟ ਜਾਂ ਲੈਂਥ ਨੂੰ ਮੇਅਰ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ। ਐਕਚੁਅਲ ਦੇ ਵਿੱਚ ਦੇਖੋ ਆਪਾਂ ਇੱਕ ਵਾਇਰ ਆ, ਵਾਇਰ ਦੀ ਰੈਜ਼ਿਸਟੈਂਸ ਕਿਹਦੇ ਪ੍ਰੋਪੋਰਸ਼ਨਲ ਹੁੰਦੀ ਆ, R = ρl/a। ਸੋ ਜੇ ਉਹਦੀ ਲੈਂਥ ਚੇਂਜ ਹੁੰਦੀ ਉਹਦੀ ਰੈਜ਼ਿਸਟੈਂਸ ਚੇਂਜ ਹੁੰਦੀ, ਠੀਕ ਆ। ਸੋ ਉਹਨੂੰ ਹੀ ਜਿਹੜੀ ਰੈਜ਼ਿਸਟੈਂਸ ਹੁੰਦੀ ਉਹਨੂੰ ਹੀ ਕਨਵਰਟ ਕਰਕੇ ਜਾਂ ਵੋਲਟੇਜ ਨੂੰ ਕਨਵਰਟ ਕਰਕੇ ਆਪਾਂ ਕੀ ਹੈ ਇੱਕ ਡਿਸਪਲੇ ਦੇ ਉੱਪਰ ਕੈਲੀਬ੍ਰੇਟ ਕਰਕੇ ਦੱਸ ਦਿੰਦੇ ਵੀ ਜੇ ਇੰਨੀ ਆਪਣੇ ਕੋਲ ਲੈਂਥ ਇੰਨੀ ਆਈ ਆ ਆਪਣੇ ਕੋਲ। ਕੈਲੀਬ੍ਰੇਸ਼ਨ ਦੇ ਉੱਪਰ ਹੀ ਜਿਹੜਾ ਹੁੰਦਾ ਇਹ ਸਾਰਾ ਸਿਸਟਮ ਕੰਮ ਕਰਦਾ ਵੀ ਜੇ ਮੰਨ ਲਓ ਆਪਣੀ ਲੈਂਥ ਆਪਾਂ ਮੇਅਰ ਕਰਨੀ ਆ, ਜਾਂ ਆਪਾਂ ਮੰਨ ਲਓ ਡਿਸਪਲੇਸਮੈਂਟ ਮੇਅਰ ਕਰਨੀ ਆ ਵੀ ਕਿੰਨੀ ਡਿਸਪਲੇਸ ਹੋਈ ਆ ਕੋਈ ਚੀਜ਼ ਆਪਣੀ ਜਗ੍ਹਾ ਤੋਂ 1 mm ਜਾਂ 2 mm ਅੱਗੇ ਪਿੱਛੇ ਹੋਈ ਆ, ਤਾਂ ਉਹਦੇ ਵਾਸਤੇ ਕੀ ਆ ਆਪਾਂ ਮੰਨ ਲਓ ਟਰਾਂਜ਼ਿਸਟਰ ਯੂਜ਼ ਕੀਤਾ ਆ, ਉਹਦੇ ਵਿੱਚ ਕੀ ਆ ਆਪਣੇ ਕੋਲ ਇੱਕ ਵਾਇਰ ਦੀ ਲੈਂਥ ਆ, ਠੀਕ ਆ, ਉਹ ਕੀ ਆ ਆਪਾਂ ਨੂੰ ਪ੍ਰੈਸ਼ਰ ਪਾਇਆ ਮੰਨ ਲਓ ਕੋਈ ਉਹਦੇ ਉੱਪਰ ਡਿਸਪਲੇਸ ਕਰਨ ਵਾਸਤੇ, ਉਸ ਚੀਜ਼ ਨੂੰ ਪ੍ਰੈਸ਼ਰ ਪਾਵਾਂਗੇ, ਉਹ ਜਿਹੜੀ ਲੈਂਥ ਹੋਣੀ ਆ ਉਹ ਚੇਂਜ ਹੋਣੀ ਆ, ਲੈਂਥ ਚੇਂਜ ਹੋਈ ਤਾਂ ਇਕਵਿਪਮੈਂਟ ਦੀ ਰੈਜ਼ਿਸਟੈਂਸ ਚੇਂਜ ਹੋਣੀ ਆ। ਸੋ ਉਹੀ ਰੈਜ਼ਿਸਟੈਂਸ ਜਿਹੜੀ ਹੁੰਦੀ ਆ ਉਹਨੂੰ ਅੱਗੇ ਕੈਲੀਬ੍ਰੇਟ ਕਰਕੇ ਆਪਾਂ ਡਿਸਪਲੇ 'ਤੇ ਕਰ ਦਿੰਦੇ ਹਾਂ, ਅਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੀ ਜਿਹੜੀ ਆ ਰੈਜ਼ਿਸਟੈਂਸ ਚੇਂਜ ਹੋਣ ਦੇ ਨਾਲ ਕਿੰਨੀ ਆਪਣੇ ਕੋਲ ਲੈਂਥ ਚੇਂਜ ਹੋਈ, ਲੈਂਥ ਆਪਾਂ ਉੱਥੋਂ ਪਤਾ ਲੱਗ ਜਾਂਦਾ ਵੀ ਇੰਨੀ ਡਿਸਪਲੇਸਮੈਂਟ ਜਿਹੜੀ ਆ ਹੋਈ ਆ, ਠੀਕ ਹੈ। ਬਾਕੀ ਆਪਾਂ ਅੱਗੇ ਸਟੱਡੀ ਕਰਾਂਗੇ ਹੋਰ ਜ਼ਿਆਦਾ ਕਲੀਅਰ ਹੋਊਗਾ। ਸੋ ਜੇ ਆਪਾਂ ਐਗਜ਼ਾਮਪਲ ਲਈਏ, ਫੋਰ ਐਗਜ਼ਾਮਪਲ a temperature transistor will convert temperature to an equivalent electrical potential, ठीक है। यानी कि जे ਟੈਂਪਰੇਚਰ ਟਰਾਂਜ਼ਿਸਟਰ ਕੀ ਕਰੂਗਾ, ਜਿਹੜਾ ਟੈਂਪਰੇਚਰ ਹੋਊਗਾ, ਹੁਣ ਟੈਂਪਰੇਚਰ ਵੀ ਫਿਜ਼ੀਕਲ ਕੁਆਂਟੀਟੀ ਆ, ਬਟ ਆਪਾਂ ਨੂੰ ਕੀ ਇਲੈਕਟ੍ਰੀਕਲ 'ਚ ਕਨਵਰਟ ਕਰਕੇ ਦੱਸ ਦੂਗਾ। ਲਾਈਕ ਤੁਸੀਂ ਘਰਾਂ ਦੇ ਵਿੱਚ ਆਪਣੇ ਅੱਜ ਕੱਲ੍ਹ ਕਾਫੀ ਜਿਹੜੇ ਆਪਣੇ ਟਾਈਮ ਪੀਸ ਹੁੰਦੇ ਉਹਨਾਂ ਦੇ ਵਿੱਚ ਵੀ ਟੈਂਪਰੇਚਰ ਆਉਂਦਾ, ਜਾਂ ਤੁਹਾਡੇ ਫੋਨ ਦੇ ਵਿੱਚ ਵੀ ਟੈਂਪਰੇਚਰ ਆਉਂਦਾ, ਬਟ ਟੈਂਪਰੇਚਰ ਕੀ ਹੈ ਤਾਂ ਇੱਕ ਫਿਜ਼ੀਕਲ ਕੁਆਂਟੀਟੀ ਆ, ਠੀਕ ਹੈ।
ਬਟ ਆਪਾਂ ਕੀ ਆ ਉਹਨੂੰ ਕਨਵਰਟ ਕਰ ਰਹੇ ਹਾਂ ਇਲੈਕਟ੍ਰੀਕਲ ਸਿਗਨਲ ਦੇ ਵਿੱਚ, ਤੇ ਉਹੀ ਇਲੈਕਟ੍ਰੀਕਲ ਸਿਗਨਲ ਬਾਅਦ ਵਿੱਚ ਆਪਾਂ ਨੂੰ ਦੱਸਦਾ ਹੈ ਕਿ ਇੰਨਾ ਟੈਂਪਰੇਚਰ ਆ, ਠੀਕ ਆ। ਸੋ ਜੇ ਮੰਨ ਲਓ ਆਪਾਂ ਟੈਂਪਰੇਚਰ ਮੇਨ ਕਰਨਾ, ਆਪਾਂ ਨੂੰ ਪਤਾ ਟੈਂਪਰੇਚਰ ਚੇਂਜ ਹੋਣ ਦੇ ਨਾਲ ਕੀ ਆ ਜਿਹੜਾ ਆਪਣਾ ਕੋਈ ਵੀ ਵਾਇਰ ਹੁੰਦੀ ਹੈ ਜਾਂ ਕੰਡਕਟਰ ਹੁੰਦਾ, ਉਹਦੀ ਜਿਹੜੀ ਰੈਜ਼ਿਸਟੈਂਸ ਹੁੰਦੀ ਉੱਤੇ ਇਫੈਕਟ ਪੈਂਦਾ। ਸੋ ਐਕਚੁਅਲ ਦੇ ਵਿੱਚ ਆਪਾਂ ਰੈਜ਼ਿਸਟੈਂਸ ਜਿਹੜੀ ਆ ਉਹਦੀ ਚੇਂਜ ਕਰ ਰਹੇ ਹਾਂ, ਰੈਜ਼ਿਸਟੈਂਸ ਚੇਂਜ ਕਰ ਰਹੇ ਹਾਂ ਤਾਂ ਵੋਲਟੇਜ ਚੇਂਜ ਹੋ ਗਈ। ਸੋ ਉਹੀ ਜਿਹੜਾ ਵੋਲਟੇਜ ਦਾ ਚੇਂਜ ਹੈ ਉਹਨੂੰ ਆਪਾਂ ਕੈਲੀਬ੍ਰੇਟ ਕਰ ਦਿੰਦੇ ਹਾਂ ਟੈਂਪਰੇਚਰ ਦੇ ਹਿਸਾਬ ਨਾਲ, ਕਿ ਇੰਨਾ ਜੇ ਟੈਂਪਰੇਚਰ ਚੇਂਜ ਹੋਇਆ ਤਾਂ ਵੋਲਟੇਜ ਦੇ ਵਿੱਚ ਇੰਨਾ ਚੇਂਜ ਆਉਣਾ, ਤਾਂ ਉਹੀ ਸਿਗਨਲ ਜਿਹੜਾ ਆਪਾਂ ਨੂੰ ਮੁੜ ਕੇ ਡਿਸਪਲੇ ਹੋ ਜਾਂਦਾ, ਠੀਕ ਹੈ। ਸੋ ਉਹ ਜਿਹੜੀ ਹੁੰਦੀ ਆਪਾਂ ਨੂੰ ਚੀਜ਼ ਡਿਸਪਲੇ ਹੋ ਜਾਂਦੀ ਹੈ ਡਿਸਪਲੇ ਦੇ ਉੱਪਰ। ਸੋ ਐਡਵਾਂਟੇਜ ਕੀ ਹੈ ਇਲੈਕਟ੍ਰੀਕਲ ਟਰਾਂਸਡਿਊਸਰ ਦੇ, ਕਿ ਇਹਨੂੰ ਕੀ ਕਰਦੇ ਜਿਹੜਾ ਸਿਗਨਲ ਹੋਵੇ ਚਾਹੇ ਵੀਕ ਹੋਵੇ ਉਹਨੂੰ ਆਪਾਂ ਤਾਂ ਵੀ ਅਟੈਨੂਏਟ ਕਰ ਸਕਦੇ ਹਾਂ, ਐਂਪਲੀਫਾਈ ਕਰ ਸਕਦੇ ਹਾਂ ਈਜ਼ੀਲੀ, ਤੇ ਇੱਕ ਸੂਟੇਬਲ ਲੈਵਲ ਤੱਕ ਲੈ ਕੇ ਆ ਸਕਦੇ ਹਾਂ ਵੇਰੀਅਸ ਡਿਵਾਈਸਿਸ ਦੇ ਲਈ, ਠੀਕ ਹੈ। ਜਿੰਨੀ ਕੋਈ ਵੀ ਡਿਵਾਈਸ ਹੋਵੇ ਆਪਾਂ ਆਪਣੇ ਸੂਟੇਬਲ ਲੈਵਲ ਤੱਕ ਕੀ ਹੈ ਐਂਪਲੀਫਾਈ ਕਰ ਸਕਦੇ ਹਾਂ ਸਿਗਨਲ ਨੂੰ। Second, the power requirement of transistor is very small. The electrical system can be controlled with a small level of power. ਯਾਨੀ ਕਿ ਜਿਹੜੀ ਪਾਵਰ ਕੰਜ਼ਿਊਮ ਕਰਦੇ ਆ ਟਰਾਂਜ਼ਿਸਟਰ ਬਹੁਤ ਘੱਟ ਹੁੰਦੀ ਹੈ, 15 ਜਾਂ 12 ਜਾਂ 15 ਵੋਲਟ ਤੱਕ ਹੁੰਦੀ ਹੈ। ਸੋ ਇਸ ਕਰਕੇ ਜਿਹੜੀ ਪਾਵਰ ਘੱਟ ਆ ਤਾਂ ਉਹਨੂੰ ਕੰਟਰੋਲ ਕਰਨਾ ਬਹੁਤ ਈਜ਼ੀ ਹੁੰਦਾ। The electrical output of transistor can be easily used, transmitted and proceeded for the purpose of measurement। ਯਾਨੀ ਕਿ ਜਿਹੜੀ ਪਾਵਰ ਪ੍ਰੋਡਿਊਸ ਹੁੰਦੀ ਆ ਜਾਂ ਟਰਾਂਜ਼ਿਸਟਰ ਦੀ ਕਿਸੇ ਦੀ ਵੀ ਆਊਟਪੁੱਟ ਹੁੰਦੀ ਆ, ਉਹਨੂੰ ਆਪਾਂ ਟਰਾਂਸਮਿਟ ਜਾਂ ਪ੍ਰੋਸੈਸ ਜਿਹੜਾ ਈਜ਼ੀਲੀ ਕਰ ਸਕਦੇ ਹਾਂ ਮੇਜਰਮੈਂਟ ਦੇ ਵਾਸਤੇ। ਨੈਕਸਟ ਕੀ ਆ, ਇਹਦੇ ਵਿੱਚ ਕੋਈ ਵੀ ਜਿਹੜਾ ਹੁੰਦਾ ਫ੍ਰਿਕਸ਼ਨ ਜਾਂ ਮਕੈਨੀਕਲ ਨੋਨ ਲੀਨੀਅਰਿਟੀ ਨਹੀਂ ਹੁੰਦੀ, ਠੀਕ ਆ। ਜਿਹੜੇ ਆਪਣੇ ਕੋਲ ਟਰਾਂਜ਼ਿਸਟਰ ਹੁੰਦੇ, ਕਿਉਂਕਿ ਕੋਈ ਵੀ ਰੋਟਰੀ ਪਾਰਟ ਨਹੀਂ ਹੁੰਦਾ, ਇਸ ਕਰਕੇ ਕੋਈ ਵੀ ਇਹਨਾਂ ਦੇ ਵਿੱਚ ਕੀ ਆ ਫ੍ਰਿਕਸ਼ਨ ਨਹੀਂ ਹੁੰਦੀ, ਜਾਂ ਕੋਈ ਹੋਰ ਮਕੈਨੀਕਲ ਜਿਹੜੀ ਹੁੰਦੀ ਆ ਡੈਫੀਸ਼ੀਐਂਸੀ ਵਗੈਰਾ ਇਹਦੇ ਵਿੱਚ ਨਹੀਂ ਹੁੰਦੀ। ਨੈਕਸਟ ਕੀ ਆ, ਡਿਊ ਟੂ ਦਾ ਇੰਟੈਗ੍ਰੇਟਿਡ ਸਰਕਟ ਟੈਕਨੋਲੋਜੀ ਦਾ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਸਿਸਟਮ ਆਰ ਕੰਪੈਕਟ ਐਂਡ ਹੈਵਿੰਗ ਲੈਸ ਵੇਟ ਐਂਡ ਪੋਰਟੇਬਲ। ਸੋ ਆਈਸੀਜ਼ ਯੂਜ਼ ਕਰਨ ਕਰਕੇ, ਇੰਟੈਗ੍ਰੇਟਿਡ ਸਰਕਟ ਜੇ ਟੈਕਨੋਲੋਜੀ ਨੂੰ ਯੂਜ਼ ਕਰਨ ਕਰਕੇ ਕੀ ਆ, ਜਿਹੜੇ ਇਹ ਆਪਣੇ ਕੋਲ ਇਕਵਿਪਮੈਂਟ ਹੁੰਦੇ ਆ ਜਾਂ ਇਹ ਜਿਹੜੇ ਆਪਣੇ ਕੋਲ ਇਲੈਕਟ੍ਰੋਨਿਕ ਸਿਸਟਮ ਹੁੰਦੇ ਆ, ਇਹ ਕੀ ਹੁੰਦੇ ਆ ਬਹੁਤ ਹੀ ਛੋਟੇ ਹੁੰਦੇ ਆ, ਕੰਪੈਕਟ ਹੁੰਦੇ ਆ, ਸਾਈਜ਼ ਬੜਾ ਛੋਟਾ ਹੁੰਦਾ ਤੇ ਪੋਰਟੇਬਲ ਹੁੰਦੇ ਆ, ਠੀਕ ਆ। ਸੋ ਪੋਰਟੇਬਲ ਹੋਣ ਕਰਕੇ ਆਪਾਂ ਈਜ਼ੀਲੀ ਇਹਨਾਂ ਨੂੰ ਟਰਾਂਸਪੋਰਟ ਵੀ ਕਰ ਸਕਦੇ ਹਾਂ, ਤੇ ਕੋਈ ਸਾਈਜ਼ ਘੱਟ ਹੋਣ ਕਰਕੇ ਕਿਤੇ ਵੀ ਲਗਾ ਸਕਦੇ ਹਾਂ ਆਪਾਂ ਇਹਨਾਂ ਨੂੰ। ਨੈਕਸਟ ਐਡਵਾਂਟੇਜ ਆਉਂਦਾ ਦਾ ਡਾਟਾ ਟਰਾਂਸਮਿਸ਼ਨ ਥਰੂ ਮਕੈਨੀਕਲ ਮੀਨਸ ਇਜ਼ ਇਲੀਮੀਨੇਟਡ। ਯਾਨੀ ਕਿ ਮਕੈਨੀਕਲ ਮੀਨਸ ਦੇ ਨਾਲ ਆਪਾਂ ਕੀ ਆ, ਜਾਂ ਸ਼ਾਫਟ ਲਗਾ ਕੇ ਜਾਂ ਕੋਈ ਹੋਰ ਆਪਾਂ ਮਕੈਨੀਕਲ ਪਾਰਟ ਲਾ ਕੇ ਜਾਂ ਪਿਨੀਅਨ ਲਗਾ ਕੇ ਕੀ ਆ, ਟਰਾਂਸਮਿਸ਼ਨ ਵਾਲਾ ਕੰਮ ਹੀ ਸਾਰਾ ਖਤਮ ਹੋ ਗਿਆ ਇਹਦੇ ਵਿੱਚ, ਕਿਉਂਕਿ ਆਪਣੇ ਕੋਲ ਸਾਰੇ ਇਲੈਕਟ੍ਰੋਨਿਕਸ ਕੰਪੋਨੈਂਟ ਜਿਹੜੇ ਆ ਇਹਦੇ ਵਿੱਚ ਯੂਜ਼ ਹੋਇਆ, ਇਲੈਕਟ੍ਰੀਕਲ ਸਿਸਟਮ ਆ। ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਮਕੈਨੀਕਲ ਪਾਰਟ ਹੈ ਨਹੀਂ, ਮਕੈਨੀਕਲ ਪਾਰਟ ਆਪਾਂ ਐਲੀਮੀਨੇਟ ਕਰਤਾ, ਤੇ ਮਕੈਨੀਕਲ ਪਾਰਟ ਐਲੀਮੀਨੇਟ ਹੋਇਆ ਤਾਂ ਇਟ ਮੀਨਸ ਕਿ ਵੀਰ ਐਂਡ ਟੀਅਰ ਜਾਂ ਕੋਈ ਵੀ ਮਕੈਨੀਕਲ ਫੇਲੀਅਰ ਜਿਹੜਾ ਸੀਗਾ ਉਹ ਵੀ ਆਪਣੇ ਕੋਲ ਕੀ ਹੋਇਆ ਇੱਥੇ ਖਤਮ ਹੋ ਗਿਆ। ਲਾਸਟ ਹੈਗਾ ਦਾ ਰਿਡਿਊਸ ਇਫੈਕਟ ਆਫ ਮਾਸ ਇਨਰਸ਼ੀਆ ਪ੍ਰੋਬਲਮ, ਯਾਨੀ ਕਿ ਮਾਸ ਇਨਰਸ਼ੀਆ ਦੀ ਜਿਹੜੀ ਪ੍ਰੋਬਲਮ ਆ ਉਹਦਾ ਇਫੈਕਟ ਵੀ ਜਿਹੜਾ ਹੁੰਦਾ ਰਿਡਿਊਸ ਹੋ ਜਾਂਦਾ। ਹੁਣ ਡਿਸਐਡਵਾਂਟੇਜ ਕੀ ਆ, ਡਿਸਐਡਵਾਂਟੇਜ ਸਭ ਤੋਂ ਮੇਨ ਇਹ ਆ ਕਿ ਇਲੈਕਟ੍ਰੀਕਲ ਟਰਾਂਜ਼ਿਸਟਰ ਜਿਹੜੇ ਹੁੰਦੇ ਆ ਇਹ ਕੀ ਹੁੰਦੇ ਆ, ਕੋਸਟਲੀ ਹੁੰਦੇ ਆ, ਇਹਨਾਂ ਦੀ ਕੋਸਟ ਜਿਹੜੀ ਹੁੰਦੀ ਆ ਜ਼ਿਆਦਾ ਹੁੰਦੀ ਹੈ। ਸੈਕੰਡ ਜਿਹੜਾ ਡਿਸਐਡਵਾਂਟੇਜ ਉਹ ਇਹ ਹੈ ਕਿ ਜਦੋਂ ਵੀ ਵਾਈਲ ਡਿਜ਼ਾਈਨਿੰਗ ਦਾ ਸਰਕਟ ਦਾ ਇਫੈਕਟ ਆਫ ਏਜਿੰਗ ਐਂਡ ਡ੍ਰਿਫਟਸ ਆਫ ਪੈਰਾਮੀਟਰ ਆਫ ਐਕਟਿਵ ਕੰਪੋਨੈਂਟ ਮਸਟ ਬੀ ਕੰਸੀਡਰ। ਯਾਨੀ ਕਿ ਜਦੋਂ ਵੀ ਆਪਾਂ ਇਹਨੂੰ ਡਿਜ਼ਾਈਨ ਕਰਨਾ ਆ ਤਾਂ ਜਿਹੜਾ ਏਜਿੰਗ ਦੇ ਨਾਲ ਇਫੈਕਟ ਆਉਣਾ ਆ ਉਹ ਜਿਹੜਾ ਆ ਆਪਾਂ ਨੂੰ ਜਿਹੜਾ ਮਾਈਂਡ ਦੇ ਵਿੱਚ ਰੱਖ ਕੇ ਚੱਲਣਾ ਪੈਂਦਾ, ਕਿਉਂਕਿ ਏਜਿੰਗ ਜਿਹੜੀ ਹੁੰਦੀ ਹੈ ਇਲੈਕਟ੍ਰੀਕਲ ਕੰਪੋਨੈਂਟ ਦੇ ਉੱਪਰ ਇਫੈਕਟ ਪਾਉਂਦੀ ਹੈ, ਜਿਹਦੇ ਕਰਕੇ ਕਾਨੂੰ ਦਾ ਜਿਹੜਾ ਵਰਕਿੰਗ ਆ ਉੱਤੇ ਇਫੈਕਟ ਹੋ ਸਕਦਾ। ਸੋ ਉਹ ਜਿਹੜੀ ਚੀਜ਼ ਆ ਉਹਨੂੰ ਹੀ ਕਰਨ ਵਾਸਤੇ ਕਿ ਏਜਿੰਗ ਦਾ ਕੋਈ ਇਫੈਕਟ ਨਾ ਪਵੇ, ਜਿਹੜਾ ਡਿਜ਼ਾਈਨ ਹੁੰਦਾ ਤਾਂ ਉਹ ਥੋੜ੍ਹਾ ਜਿਹਾ ਕੰਪਲੀਕੇਟਡ ਹੁੰਦਾ ਹੈ, ਠੀਕ ਹੈ, ਜਿਹਨੂੰ ਸਮਝਣਾ ਕੰਪਲੀਕੇਟਡ ਆ। ਸੋ ਇਹੀ ਇਹਦੀਆਂ ਦੋ ਜਿਹੜੀਆਂ ਹੁੰਦੀਆਂ ਟਰਾਂਜ਼ਿਸਟਰ ਦੀਆਂ ਡਿਸਐਡਵਾਂਟੇਜ ਹੁੰਦੀਆਂ। ਹੁਣ ਟਰਾਂਜ਼ਿਸਟਰ ਜਿਹੜੇ ਹੁੰਦੇ ਕਿੰਨੇ ਤਰ੍ਹਾਂ ਦੇ ਹੁੰਦੇ ਆ, ਇਹ ਆਪਾਂ ਉੱਦਾਂ ਇੱਕ ਪੈਰਾਗ੍ਰਾਫ ਕਰਨ ਦੀ ਬਜਾਏ ਇੱਕ ਇਹਦਾ ਡਿਫਰੈਂਸ ਹੀ ਲਿਖ ਲਿਆ। ਸੋ ਜਿਹੜੇ ਟਰਾਂਜ਼ਿਸਟਰ ਹੁੰਦੇ ਆ ਇਹ ਦੋ ਤਰ੍ਹਾਂ ਦੇ ਹੁੰਦੇ ਆ, ਯਾਦ ਰੱਖਿਓ, ਇੱਕ ਐਕਟਿਵ ਟਰਾਂਜ਼ਿਸਟਰ ਹੁੰਦੇ ਤੇ ਇੱਕ ਹੁੰਦੇ ਆ ਪੈਸਿਵ ਟਰਾਂਜ਼ਿਸਟਰ, ਠੀਕ ਆ। ਇਹਨਾਂ ਦਾ ਨਾਲੇ ਤਾਂ ਆਪਾਂ ਕੰਪੈਰੀਜ਼ਨ ਪਾ ਲੈਣਾ ਤੇ ਨਾਲੇ ਇਹਨਾਂ ਦੇ ਬਾਰੇ ਪਾ ਲੈਣਾ ਵੀ ਇਹ ਕੀ ਚੀਜ਼ ਹੁੰਦੀ ਹੈ, ਠੀਕ ਹੈ। ਸੋ ਜੇ ਮੈਂ ਡੈਫੀਨੇਸ਼ਨ ਦੀ ਗੱਲ ਕਰਾਂ ਤਾਂ ਐਕਟਿਵ ਟਰਾਂਜ਼ਿਸਟਰ ਦੀ ਇੱਕ ਡੈਫੀਨੇਸ਼ਨ ਹੁੰਦੀ ਆ, ਦਾ ਟਰਾਂਜ਼ਿਸਟਰ ਵਿੱਚ ਜਨਰੇਟ ਦਾ ਆਊਟਪੁੱਟ ਇਨ ਦਾ ਫਾਰਮ ਆਫ ਵੋਲਟੇਜ ਔਰ ਕਰੰਟ ਵਿਦਾਊਟ ਐਨੀ ਐਕਸਟਰਨਲ ਸੋਰਸ without any external energy source is known as active transistor। ਸੋ ਐਕਟਿਵ ਟਰਾਂਜ਼ਿਸਟਰਸ ਜਿਹੜੇ ਹੁੰਦੇ ਆ ਉਹ ਕੀ ਕਰਦੇ ਆ, ਜਿਹੜੀ ਪਾਵਰ ਹੁੰਦੀ ਆ ਉਹ ਖੁਦ ਜਨਰੇਟ ਕਰਦੇ ਆ, ਠੀਕ ਹੈ। ਯਾਨੀ ਕਿ ਉਹਨਾਂ ਨੂੰ ਬਾਹਰੋਂ ਕੋਈ ਐਡੀਸ਼ਨਲ ਪਾਵਰ ਦੇਣ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੁੰਦੀ। ਸੋ ਐਕਟਿਵ ਟਰਾਂਜ਼ਿਸਟਰ ਦੀ ਸਭ ਤੋਂ ਵੱਡੀ ਜਿਹੜੀ ਐਗਜ਼ਾਮਪਲ ਆ ਉਹ ਆਪਣੇ ਕੋਲ ਹੈਗੀ ਆ ਸੋਲਰ ਪੈਨਲ। ਸੋਲਰ ਪੈਨਲ ਵੀ ਕੋਈ ਆਪਾਂ ਐਕਸਟਰਨਲ ਪਾਵਰ ਤਾਂ ਨਹੀਂ ਨਾ ਦਿੰਦੇ, ਉਹ 'ਤੇ ਲਾਈਟ ਪੈਂਦੀ ਆ ਤਾਂ ਉਹ ਕੀ ਕਰਦਾ ਆ, ਜਿਹੜੀ ਆਪਣੇ ਕੋਲ ਸਨਲਾਈਟ ਹੁੰਦੀ ਆ ਉਹਨੂੰ ਇਲੈਕਟ੍ਰੀਕਲ ਪਾਵਰ ਦੇ ਵਿੱਚ ਕਨਵਰਟ ਕਰਕੇ ਤੇ ਅੱਗੇ ਤੋੜ ਦਿੰਦਾ, ਠੀਕ ਆ। ਤੇ ਉਹ ਇੱਕ ਐਕਟਿਵ ਟਰਾਂਜ਼ਿਸਟਰ ਹੋ ਗਿਆ ਆਪਣੇ ਕੋਲ। ਔਨ ਅਦਰ ਹੈਂਡ ਜੇ ਆਪਾਂ ਪੈਸਿਵ ਟਰਾਂਜ਼ਿਸਟਰ ਦੀ ਗੱਲ ਕਰੀਏ ਤਾਂ ਪੈਸਿਵ ਜਿਹੜਾ ਟਰਾਂਜ਼ਿਸਟਰ ਹੁੰਦਾ ਨਾ, ਇਹ ਉਹ ਟਰਾਂਜ਼ਿਸਟਰ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੀ ਆ ਆਪਾਂ ਨੂੰ ਇਲੈਕਟ੍ਰੀਕਲ ਸਿਗਨਲ ਜਿਹੜਾ ਹੁੰਦਾ ਉਹਨੂੰ ਦੇਣ ਦੀ ਲੋੜ ਪੈਂਦੀ ਆ, ਠੀਕ ਆ। ਸੋ ਦਾ ਪੈਸਿਵ ਟਰਾਂਜ਼ਿਸਟਰ ਮੀਨ ਦਾ ਟਰਾਂਜ਼ਿਸਟਰ ਹੂਜ਼ ਇੰਟਰਨਲ ਪੈਰਾਮੀਟਰ ਲਾਈਕ ਕਪੈਸਿਟੈਂਸ, ਰੈਜ਼ਿਸਟੈਂਸ ਐਂਡ ਇੰਡਕਟੈਂਸ ਚੇਂਜਸ ਬਿਕੋਜ਼ ਆਫ ਦਾ ਇਨਪੁਟ ਸਿਗਨਲ। ਯਾਨੀ ਕਿ ਇਨਪੁਟ ਸਿਗਨਲ ਜਿਹੜਾ ਆ ਆਪਾਂ ਨੂੰ ਦੇਣਾ ਪੈਂਦਾ, ਤਾਂ ਹੀ ਇਹਨਾਂ ਦੇ ਜਿਹੜੇ ਪੈਸਿਵ ਟਰਾਂਜ਼ਿਸਟਰ ਆ ਇਹ ਵਰਕ ਕਰਨਗੇ। ਜੇ ਆਪਾਂ ਇਨਪੁਟ ਸਿਗਨਲ ਨਹੀਂ ਦੇਵਾਂਗੇ ਤਾਂ ਇਹ ਵਰਕ ਨਹੀਂ ਕਰੂਗਾ, ਯਾਨੀ ਕਿ ਕੋਈ ਸਪਲਾਈ ਨਹੀਂ ਦੇਵਾਂਗੇ ਤਾਂ ਵਰਕ ਨਹੀਂ ਕਰੂਗਾ।
ਨੈਕਸਟ ਆਪਣੇ ਕੋਲ ਆਉਂਦਾ ਡਿਫਰੈਂਸ ਸੈਕੰਡ ਐਡੀਸ਼ਨਲ એનર્ਜੀ ਸੋਰਸਸ। ਸੋ ਪਹਿਲੇ ਤੋਂ ਹੀ ਆਪਣਾ ਸੈਕੰਡ ਪੁਆਇੰਟ ਵੀ ਬਣ ਗਿਆ ਵੀ ਜਿਹੜਾ ਐਕਟਿਵ ਟਰਾਂਸਡਿਊਸਰ ਹੁੰਦਾ ਉਹਨੂੰ ਕੋਈ ਵੀ ਜਿਹੜੀ ਆ ਰਿਕੁਆਇਰਮੈਂਟ ਨਹੀਂ ਹੁੰਦੀ ਐਡੀਸ਼ਨਲ ਇਲੈਕਟ੍ਰੀਕਲ એનર્ਜੀ ਸੋਰਸ ਦੀ, ਬਟ ਪੈਸਿਵ ਟਰਾਂਸਡਿਊਸਰ ਨੂੰ ਜਿਹੜਾ ਹੁੰਦਾ ਐਡੀਸ਼ਨਲ ਇਲੈਕਟ੍ਰੀਕਲ ਸਿਗਨਲ ਦੀ ਰਿਕੁਆਇਰਮੈਂਟ ਹੁੰਦੀ ਆ। ਨੈਕਸਟ ਵਰਕਿੰਗ ਪ੍ਰਿੰਸੀਪਲ ਐਕਟਿਵ ਟਰਾਂਸਡਿਊਸਰ ਦਾ ਵਰਕਿੰਗ ਪ੍ਰਿੰਸੀਪਲ ਹੁੰਦਾ ਡਰਾ એનર્ਜੀ ਫਰੋਮ ਦਾ ਮੇਅਰ ਐਂਡ ਸੋਰਸ, ਯਾਨੀ ਕਿ ਜਿਹੜੀ ਚੀਜ਼ ਆਪਾਂ ਮੇਅਰ ਕਰਨੀ ਉੱਥੋਂ ਹੀ ਉਹਨੇ ਕੀ ਕਰਨਾ ਆਪਣੀ એનર્ਜੀ ਜਿਹੜੀ ਆ ਪ੍ਰੋਡਿਊਸ ਕਰੀ ਜਾਣੀ ਹੈ। ਜਿੱਦਾਂ ਪੀਜ਼ੋ ਇਲੈਕਟ੍ਰਿਕ ਹੋ ਗਿਆ, ਪੀਜ਼ੋ ਇਲੈਕਟ੍ਰਿਕ ਦੇ ਵਿੱਚ ਕੀ ਹੁੰਦਾ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਉਹਦੇ ਉੱਪਰ ਕੋਈ ਵੀ ਇਲੈਕਟ੍ਰੀਕਲ ਚੀਜ਼ ਨਹੀਂ ਲਾਉਣੀ ਪੈਂਦੀ, ਜਦੋਂ ਆਪਾਂ ਉੱਤੇ ਪ੍ਰੈਸ਼ਰ ਪਾਉਂਦੇ ਆ ਤਾਂ ਉਹ ਇਲੈਕਟ੍ਰੋਨ ਜਨਰੇਟ ਕਰਦਾ। ਸਿਮਿਲਰਲੀ ਫੋਟੋ ਇਲੈਕਟ੍ਰਿਕ ਆ, ਫੋਟੋ ਇਲੈਕਟ੍ਰਿਕ ਤੇ ਵੀ ਸੇਮ ਚੀਜ਼ ਆ, ਜਦੋਂ ਲਾਈਟ ਪੈਂਦੀ ਆ ਉੱਤੇ ਤਾਂ ਇਲੈਕਟ੍ਰੋਨ ਇਮਿਟ ਹੁੰਦੇ ਆ। ਸੋ ਕਿਸੇ ਵੀ ਤਰ੍ਹਾਂ ਜਿਹੜਾ ਆਪਣਾ ਜਿਹੜੀ ਮੇਅਰ ਕਰਨੀ ਆ ਚੀਜ਼ ਆਪਾਂ ਉੱਤੋਂ ਹੀ ਆਪਾਂ ਕੀ ਆ એનર્ਜੀ ਪ੍ਰੋਡਿਊਸ ਕਰ ਲੈਂਦੇ ਆ, ਠੀਕ ਹੈ। ਸੋ ਸਨਲਾਈਟ ਆ ਉੱਤੇ ਸਨਲਾਈਟ ਪਈ ਸੋਲਰ ਪੈਨਲ ਤੋਂ એનર્ਜੀ ਪ੍ਰੋਡਿਊਸ ਕਰਤੀ। ਪੀਜ਼ੋ ਇਲੈਕਟ੍ਰਿਕ 'ਚ ਉਹਨੂੰ ਆਪਾਂ ਪ੍ਰੈਸ ਕੀਤਾ। ਪੀਜ਼ੋ ਇਲੈਕਟ੍ਰਿਕ ਐਕਚੁਅਲੀ ਨਾ ਇੱਕ ਸਪੈਸ਼ਲ ਆਪਾਂ ਅੱਗੇ ਜਾ ਕੇ ਸਟੱਡੀ ਵੀ ਕਰਨਾ ਹੈ। ਪੀਜ਼ੋ ਇਲੈਕਟ੍ਰਿਕ ਇਫੈਕਟ ਦੇ ਵਿੱਚ ਆਪਾਂ ਕਰਦੇ ਹਾਂ ਪੀਜ਼ੋ ਇਲੈਕਟ੍ਰਿਕ ਮਟੀਰੀਅਲ ਯੂਜ਼ ਕਰਦੇ ਹਾਂ, ਜਿੱਦਾਂ ਰੋਸ਼ੈਲੇ ਸਾਲਟ ਹੋ ਗਿਆ ਜਾਂ ਕੁਆਰਟਜ਼ ਹੋ ਗਿਆ। ਉਹਨਾਂ ਦੀ ਇੱਕ ਪ੍ਰੋਪਰਟੀ ਹੁੰਦੀ ਜਦੋਂ ਵੀ ਆਪਾਂ ਉਹਨਾਂ ਨੂੰ ਪ੍ਰੈਸ਼ਰ ਪਾਉਂਦੇ ਜਾਂ ਪ੍ਰੈਸ ਕਰਦੇ ਹਾਂ ਨਾ ਤਾਂ ਉੱਥੇ ਕੀ ਹੁੰਦਾ ਆ EMF ਇੰਡਿਊਸ ਹੋ ਜਾਂਦੀ ਹੈ, ਠੀਕ ਹੈ। ਸੋ ਇਹ ਕਾਫੀ ਬੱਚੇ ਪ੍ਰੋਜੈਕਟ ਵੀ ਬਣਾਉਂਦੇ ਹੁੰਦੇ ਆ ਵੀ ਸਪੀਡ ਬ੍ਰੇਕਰਸ ਦੇ ਉੱਪਰ ਜਦੋਂ ਕਾਰ ਲੰਘਦੀਆਂ ਤਾਂ ਉੱਥੇ ਕੀ ਹੁੰਦਾ ਆ ਆਪਣੇ ਕੋਲ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਹੈ ਤੇ ਸਟਰੀਟ ਲਾਈਟ ਜਿਹੜੀ ਆ ਚੱਲਦੀ ਆ, એનર્ਜੀ ਸਟੋਰ ਹੁੰਦੀ ਹੈ, ਠੀਕ ਹੈ। ਤੁਸੀਂ ਵੀ ਇਹ ਚਾਹੋ ਤਾਂ ਪ੍ਰੋਜੈਕਟ ਬਣਾ ਸਕਦੇ ਆ, ਈਜ਼ੀ ਆ। ਨੈਕਸਟ ਹੈ ਦਾ ਪੈਸਿਵ। ਸੋ ਪੈਸਿਵ ਜਿਹੜੇ ਟਰਾਂਜ਼ਿਸਟਰ ਹੁੰਦੇ ਆ ਇਹ ਜਿਹੜੀ ਆਪਣੀ ਪਾਵਰ ਹੁੰਦੀ ਹੈ ਐਕਸਟਰਨਲ ਸਰਕਟ ਤੋਂ ਹੀ ਕੰਜ਼ਿਊਮ ਕਰਦੇ ਆ, ਜਿਹੜਾ ਮੈਰਨ ਹੁੰਦਾ ਉੱਤੋਂ ਨਹੀਂ ਕਰਦੇ। ਸੋ ਟੇਕ ਪਾਵਰ ਫਰੋਮ ਐਕਸਟਰਨਲ ਸੋਰਸ ਵੀ ਚੇਂਜਸ ਦਾ ਫਿਜ਼ੀਕਲ ਪ੍ਰੋਪਰਟੀ ਆਫ ਟਰਾਂਜ਼ਿਸਟਰ, ਠੀਕ ਹੈ। ਸੋ ਇਹ ਐਕਸਟਰਨਲ ਟਰਾਂਜ਼ਿਸਟਰ ਤੋਂ ਹੀ ਆਪਣੀ ਪਾਵਰ ਲੈਂਦੇ ਆ। ਡਿਜ਼ਾਈਨ ਦੀ ਗੱਲ ਕਰੀਏ ਤਾਂ ਐਕਟਿਵ ਟਰਾਂਜ਼ਿਸਟਰ ਜਿਹੜੇ ਹੁੰਦੇ ਆ ਸਿੰਪਲ ਹੁੰਦੇ ਆ ਡਿਜ਼ਾਈਨ ਦੇ ਵਿੱਚ, ਪੈਸਿਵ ਟਰਾਂਜ਼ਿਸਟਰ ਜਿਹੜੇ ਹੁੰਦੇ ਆ ਕੰਪਲੀਕੇਟਡ ਹੁੰਦੇ ਆ। ਰੈਜ਼ੋਲੂਸ਼ਨ ਜਿਹੜੀ ਹੁੰਦੀ ਹੈ ਐਕਟਿਵ ਟਰਾਂਜ਼ਿਸਟਰ ਦੀ ਲੋ ਹੁੰਦੀ ਹੈ ਕਿਉਂਕਿ ਘੱਟ એનર્ਜੀ ਪ੍ਰੋਡਿਊਸ ਹੁੰਦੀ ਹੈ ਇਹਨਾਂ ਦੀ, ਇਸ ਕਰਕੇ। ਪੈਸਿਵ ਟਰਾਂਜ਼ਿਸਟਰ ਨੂੰ ਬਾਹਰੋਂ એનર્ਜੀ ਦਿੰਦੇ ਆ, ਇਸ ਕਰਕੇ ਇਹਨੂੰ એનર્ਜੀ ਦੀ ਕੋਈ ਕਮੀ ਨਹੀਂ ਆਉਂਦੀ, ਇਸ ਕਰਕੇ ਇਹਦੀ ਜਿਹੜੀ ਰੈਜ਼ੋਲੂਸ਼ਨ ਹੁੰਦੀ ਹੈ ਉਹ ਹਾਈ ਹੁੰਦੀ ਆ। ਆਊਟਪੁੱਟ ਸਿਗਨਲ ਦੀ ਗੱਲ ਕਰੀਏ ਤਾਂ ਪ੍ਰੋਡਿਊਸ ਫਰੋਮ ਦਾ ਸਿਗਨਲ ਟੂ ਬੀ ਮੈਜਰ, ਠੀਕ ਹੈ। ਸੋ ਆਊਟਪੁੱਟ ਸਿਗਨਲ ਜਿਹੜਾ ਆ ਇਹ ਆਪਾਂ ਇਹਦੇ ਵਿੱਚ ਆਊਟਪੁੱਟ ਜਿਹੜਾ ਸਿਗਨਲ ਹੁੰਦਾ ਉਹਨੂੰ ਆਪਾਂ ਕੀ ਕਰਦੇ ਹਾਂ ਪ੍ਰੋਡਿਊਸ ਫਰੋਮ ਦਾ ਸਿਗਨਲ ਟੂ ਬੀ ਮੈਜਰਡ, ਯਾਨੀ ਕਿ ਜਿਹੜਾ ਆਊਟਪੁੱਟ ਸਿਗਨਲ ਆ ਉਹ ਆਪਾਂ ਈਜ਼ੀਲੀ ਮੇਅਰ ਕਰ ਸਕਦੇ ਜਿੰਨੀ ਆਪਾਂ ਨੂੰ ਇਨਪੁਟ ਆਈ ਉਸ ਹਿਸਾਬ ਨਾਲ ਕੀ ਆ, ਮਤਲਬ ਕਿ ਜਿੰਨਾ ਆਪਾਂ ਹੁਣ ਮੰਨ ਲਓ ਪੀਜ਼ੋ ਇਲੈਕਟ੍ਰਿਕ ਮਟੀਰੀਅਲ ਆ ਉੱਤੇ ਜਿੰਨਾ ਪ੍ਰੈਸ਼ਰ ਪਾਵਾਂਗੇ ਉਤੋਂ ਹੀ ਆਪਾਂ ਨੂੰ ਕੀ ਆ ਸਿੰਪਲ ਆਊਟਪੁੱਟ ਸਿਗਨਲ ਮਿਲ ਜਾਣਾ ਵੀ ਕਿੰਨਾ ਆਪਣੀ ਆਊਟਪੁੱਟ ਆ। ਬਟ ਜੇ ਆਪਾਂ ਪੈਸਿਵ ਦੀ ਗੱਲ ਕਰੀਏ ਤਾਂ ਪੈਸਿਵ ਦੇ ਵਿੱਚ ਜਿਹੜੀ ਆਊਟਪੁੱਟ ਹੁੰਦੀ ਆ ਉਹ ਰਿਸੀਵਿੰਗ ਸਿਗਨਲ ਜਿਹੜਾ ਯਾਨੀ ਕਿ ਇਨਪੁੱਟ ਸਿਗਨਲ ਆ ਉੱਤੇ ਡਿਪੈਂਡ ਕਰਦਾ ਹੁੰਦਾ ਵੀ ਪਾਵਰ ਸੋਰਸ ਜਿਹੜਾ ਆ ਉੱਥੋਂ ਆਪਾਂ ਕਿੰਨੀ ਇਨਪੁੱਟ ਲੈ ਰਹੇ ਆ, ਉਸ ਹਿਸਾਬ ਨਾਲ ਜਿਹੜੀ ਆ ਆਊਟਪੁੱਟ ਇਹਦੀ ਸਿਗਨਲ ਦੀ ਆਊਗੀ। ਬਟ ਐਕਟਿਵ ਟਰਾਂਜ਼ਿਸਟਰ ਦੀ ਜਿਹੜੀ ਹੁੰਦੀ ਆ ਉਹ ਡਿਪੈਂਡ ਕਰਦੀ ਜਿਹੜਾ ਪ੍ਰੈਸ਼ਰ ਜਾਂ ਕੋਈ ਫਿਜ਼ੀਕਲ ਕੁਆਂਟੀਟੀ ਜਿਹੜੀ ਆ ਉਹਦੇ ਉੱਪਰ, ਠੀਕ ਆ। ਬਾਕੀ ਐਗਜ਼ਾਮਪਲ ਦੀ ਗੱਲ ਕਰੀਏ ਤਾਂ ਇਹ ਜਿਹੜੇ ਐਕਟਿਵ ਟਰਾਂਜ਼ਿਸਟਰ ਦੇ ਇਹਦੀ ਐਗਜ਼ਾਮਪਲ ਹੈਗੇ ਜਾਂ ਟੈਕੋ ਜਨਰੇਟਰ ਹੋ ਗਿਆ ਜਾਂ ਥਰਮੋਕਪਲ ਹੋ ਗਿਆ ਜਾਂ ਫੋਟੋਵੋਲਟਿਕ ਸੈੱਲ ਹੋ ਗਏ। ਫੋਟੋਵੋਲਟਿਕ ਸੈੱਲ ਦੀ ਹੀ ਅੱਗੇ ਇੱਕ ਆਪਣੇ ਕੋਲ ਟਾਈਪ ਆ ਜਾਂਦੀ ਹੈ ਜਿਹੜਾ ਸੋਲਰ ਸੈੱਲ ਹੁੰਦੇ ਆ, ਠੀਕ ਆ। ਸੋ ਪੈਸਿਵ ਟਰਾਂਜ਼ਿਸਟਰ ਹੋ ਗਿਆ ਜਿੱਦਾਂ ਥਰਮਿਸਟਰ ਹੋ ਗਿਆ, ਡਿਫਰੈਂਸ਼ੀਅਲ ਟਰਾਂਸਫਾਰਮਰ ਹੋ ਗਿਆ, ਫੋਟੋ ਮਲਟੀਪਲਾਇਰ ਟਿਊਬ ਹੋ ਗਈ ਤੇ ਫੋਟੋਵੋਲਟਿਕ ਸੈੱਲ ਹੋ ਗਏ, ਠੀਕ ਹੈ। ਫੋਟੋਵੋਲਟਿਕ ਸੈੱਲ ਦੇ ਵੀ ਦੇਖੋ ਇੱਥੇ ਪੈਸਿਵ ਟਰਾਂਜ਼ਿਸਟਰ ਦੇ ਵਿੱਚ ਵੀ ਲਿਖਿਆ ਹੋਇਆ ਇਹ ਫੋਟੋਵੋਲਟਿਕ ਸੈੱਲ ਦੀਆਂ ਵੀ ਕਈ ਟਾਈਪਸ ਹੁੰਦੀਆਂ। ਕਈ ਜਿਹੜੇ ਫੋਟੋਵੋਲਟਿਕ ਸੈੱਲ ਹੁੰਦੇ ਆ ਉਹ ਚੱਲਦੇ ਆ ਆਪਣੇ ਇਹਦੇ ਉੱਪਰ ਸਪਲਾਈ ਦੇਣੀ ਪੈਂਦੀ, ਜਿੱਦਾਂ ਤੁਹਾਡਾ ਇੱਕ LED ਹੁੰਦਾ ਨਾ ਲਾਈਟ ਇਮਿਟਿੰਗ ਡਾਇਡ ਹੁੰਦਾ, ਠੀਕ ਆ। ਸੋ ਲਾਈਟ ਇਮਿਟਿੰਗ ਡਾਇਡ ਜਿਹੜਾ ਹੁੰਦਾ ਆ ਉਹਨੂੰ ਆਪਾਂ ਸਪਲਾਈ ਦਿੰਦੇ ਤਾਂ ਹੀ ਚੱਲਦਾ LED। ਬਟ ਜੇ ਆਪਾਂ ਸੋਲਰ ਸੈੱਲ ਦੀ ਗੱਲ ਕਰੀਏ ਹੈ ਉਹ ਫੋਟੋਵੋਲਟਿਕ ਸੈੱਲ ਆ ਬਟ ਉਹਨੂੰ ਕੋਈ ਆਪਾਂ એનર્ਜੀ ਦੀ ਲਗਾਇਆ ਨਹੀਂ ਪੈਂਦੀ, ਉਹ ਸਨ ਦੇ ਉੱਪਰ ਹੀ ਚੱਲ ਜਾਂਦਾ, ਠੀਕ ਹੈ। ਸੋ ਇਹ ਹੁੰਦਾ ਦੋਨਾਂ ਦਾ ਡਿਫਰੈਂਸ ਆ ਤੇ ਇਹਨਾਂ ਦੀ ਜਿਹੜੀ ਆ ਆਪਣਾ ਡੈਫੀਨੇਸ਼ਨਸ ਵੀ ਇਹਦੇ ਵਿੱਚੋਂ ਹੀ ਤੁਸੀਂ ਕਰ ਲਿਓ, ਠੀਕ ਆ। ਬਹੁਤ ਇੰਪੋਰਟੈਂਟ ਹੈ ਵੀ ਡਿਫਰੈਂਸ ਜਿਹੜਾ। ਨੈਕਸਟ ਮੇਰੇ ਕੋਲ ਆ ਜਾਂਦਾ ਸਟ੍ਰੇਨ ਗੇਜ, ਠੀਕ ਹੈ। ਸੋ ਸਟ੍ਰੇਨ ਗੇਜ ਜਿਹੜਾ ਹੁੰਦਾ ਸਟ੍ਰੇਨ ਨੂੰ ਮੇਅਰ ਕਰਨ ਵਾਸਤੇ ਆਪਾਂ ਯੂਜ਼ ਕਰਦੇ ਹਾਂ। ਸੋ ਜਿਹੜਾ ਸਟ੍ਰੇਨ ਗੇਜ ਹੁੰਦਾ ਇਹ ਵੀ ਆਪਣੇ ਕੋਲ ਕੀ ਹੁੰਦਾ ਪੈਸਿਵ ਟਰਾਂਜ਼ਿਸਟਰ ਹੁੰਦਾ। ਪੈਸਿਵ ਟਰਾਂਜ਼ਿਸਟਰ ਦਾ ਕੀ ਮਤਲਬ ਹੁੰਦਾ ਆਪਾਂ ਲਾਸਟ ਟਾਈਮ ਪੜ੍ਹਿਆ ਵੀ ਸੀਗਾ ਕਿ ਪੈਸਿਵ ਟਰਾਂਜ਼ਿਸਟਰ ਉਹ ਟਰਾਂਜ਼ਿਸਟਰ ਹੁੰਦੇ ਜਿਨ੍ਹਾਂ ਨੂੰ ਆਪਾਂ ਨੂੰ ਐਕਸਟਰਨਲ ਸਪਲਾਈ ਦੇਣ ਦੀ ਲੋੜ ਪੈਂਦੀ ਹੈ, ਠੀਕ ਹੈ। ਸੋ ਜਿਹੜੇ ਪੈਸਿਵ ਟਰਾਂਜ਼ਿਸਟਰ ਹੁੰਦੇ ਇਹਨਾਂ ਨੂੰ ਐਕਸਟਰਨਲ ਸਪਲਾਈ ਦਿੰਦੇ, ਸੋ ਸਟ੍ਰੇਨ ਗੇਜ ਨੂੰ ਐਕਸਟਰਨਲ ਸਪਲਾਈ ਦੀ ਜਿਹੜੀ ਆ ਲੋੜ ਪੈਣੀ ਹੀ ਪੈਣੀ ਹੈ, ਠੀਕ ਹੈ। ਸੋ ਇਟ ਕਨਵਰਟ ਮਕੈਨੀਕਲ ਡਿਸਪਲੇਸਮੈਂਟ ਇਨਟੂ ਚੇਂਜ ਆਫ ਰੈਜ਼ਿਸਟੈਂਸ, ਯਾਨੀ ਕਿ ਜਿਹੜੀ ਆਪਣੀ ਮਕੈਨੀਕਲ ਡਿਸਪਲੇਸਮੈਂਟ ਯਾਨੀ ਕਿ ਕਿੰਨੀ ਕੋਈ ਚੀਜ਼ ਇੱਧਰ ਉੱਧਰ ਹੋਈ ਆ ਉਹਨੂੰ ਆਪਾਂ ਰੈਜ਼ਿਸਟੈਂਸ ਦੇ ਵਿੱਚ ਕਨਵਰਟ ਕਰ ਦਿੰਦੇ ਹਾਂ। So strain gauge is a thin wafer-like device that can attach to a variety of material to measure the strain, यानी कि ਕਾਫੀ ਮਟੀਰੀਅਲ ਦੇ ਵਿੱਚ ਲਾ ਸਕਦੇ ਜਿੱਦਾਂ ਮੰਨ ਲਓ ਤੁਸੀਂ weight ਮੇਅਰ ਕਰਨਾ ਆਪਣਾ, ਠੀਕ ਆ। ਸੋ ਵੇਇੰਗ ਮਸ਼ੀਨ ਜਿਹੜੀ ਹੁੰਦੀ ਆ ਉਹਦੇ ਵਿੱਚ ਵੀ ਜਿਹੜਾ ਹੁੰਦਾ ਸਟ੍ਰੇਨ ਗੇਜ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਐਕਚੁਅਲ ਦੇ ਵਿੱਚ ਆ ਜਿਹੜੀ ਆਪਣੇ ਕੋਲ ਆਹ ਵੇਫਰ ਲਾਈਕ ਡਿਵਾਈਸ ਹੁੰਦੀ ਹੈ ਇਹਦੇ ਵਿੱਚ ਆਹ ਦੇਖੋ ਵਾਇਰ ਹੁੰਦੀ ਜਿਹਨੂੰ ਆਪਾਂ ਇੱਦਾਂ ਬਣਾਇਆ ਹੁੰਦਾ, ਕੋਇਲ ਜੀ ਬਣਾਈ ਹੁੰਦੀ ਇੱਕ ਤਰ੍ਹਾਂ ਦੀ ਇਹਨਾਂ ਦੀ। ਸੋ ਆਹ 2 ਪੁਆਇੰਟ ਦੇ ਹੁੰਦੇ ਜਿਹੜੇ ਇਹਨਾਂ 'ਚ ਰੈਜ਼ਿਸਟੈਂਸ ਮੇਅਰ ਕਰਦੇ ਆ। ਸੋ ਜੇ ਆਪਣੇ ਕੋਲ ਟੈਂਸ਼ਨ ਜਿਹੜੀ ਆ ਇਨਕਰੀਜ਼ ਹੋਈ ਯਾਨੀ ਕਿ ਪ੍ਰੈਸ਼ਰ ਪਾਵਾਂਗੇ ਤਾਂ ਰੈਜ਼ਿਸਟੈਂਸ ਇਨਕਰੀਜ਼ ਹੋਣੀ ਆ, ਜੇ ਮੰਨ ਲਓ ਇਹ ਕੰਟਰੈਕਟ ਹੋਇਆ ਆਪਸ ਦਾ ਰੈਜ਼ਿਸਟੈਂਸ ਜਿਹੜੀ ਆ ਉਹ ਡਿਕਰੀਜ਼ ਹੋਣੀ ਆ, ਠੀਕ ਆ। ਸੋ ਇੱਦਾਂ ਹੀ ਜਿਹੜੀ ਰੈਜ਼ਿਸਟੈਂਸ ਹੈ ਇਹਦੀ ਜਿਹੜੀ ਚੇਂਜ ਆਫ ਰੈਜ਼ਿਸਟੈਂਸ ਹੋਇਆ ਨਾ ਉਹਨੂੰ ਹੀ ਆਪਾਂ ਕੀ ਕਰਦੇ ਹਾਂ ਅੱਗੇ ਵੀਟਸਟੋਨ ਬ੍ਰਿਜ ਲਾਉਂਦੇ ਆ, ਜਿਹੜਾ ਆਹ ਵਾਲਾ ਪੁਆਇੰਟ ਹੈ ਨਾ ਰੈਜ਼ਿਸਟੈਂਸ ਮੈਟ ਬਿਟਵੀਨ ਥੀਸ ਪੁਆਇੰਟ, ਇਹਦੇ ਅੱਗੇ ਆਪਾਂ ਵੀਟਸਟੋਨ ਬ੍ਰਿਜ ਕਨੈਕਟ ਕਰ ਦਿੰਦੇ ਹਾਂ, ਠੀਕ ਹੈ। ਸੋ ਵੀਟਸਟੋਨ ਬ੍ਰਿਜ ਤੋਂ ਆਪਾਂ ਅਨਨੋਨ ਰੈਜ਼ਿਸਟੈਂਸ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਫਾਈਂਡ ਆਊਟ ਕਰਦੇ ਹਾਂ। ਸੋ ਉਹੀ ਅੱਗੇ ਕੀ ਹੁੰਦਾ ਆਪਣੇ ਕੋਲ ਰੈਜ਼ਿਸਟੈਂਸ ਦੀ ਵੈਲਿਊ ਹੁੰਦੀ, ਰੈਜ਼ਿਸਟੈਂਸ ਦੇ ਅਕੋਰਡਿੰਗ ਫਿਰ ਆਪਾਂ ਦੇਖ ਲੈਂਦੇ ਹਾਂ ਵੀ ਆਪਣੇ ਕੋਲ ਇੰਨੀ ਜਿਹੜੀ ਹੈ ਸਟ੍ਰੇਨ ਪਈ ਹੈ ਇੱਥੇ, ਠੀਕ ਹੈ, ਜਾਂ ਇੰਨੀ ਸਟ੍ਰੈਸ ਪਈ ਹੈ ਜਾਂ ਇੰਨਾ ਡਿਸਪਲੇਸ ਹੋਈ ਹੈ ਕੋਈ ਚੀਜ਼। ਬਾਕੀ ਜਿਹੜੇ ਮੈਟੈਲਿਕ ਸਟ੍ਰੇਨ ਗੇਜ ਹੁੰਦੇ ਆ ਉਹ ਜਿਹੜੇ ਹੁੰਦੇ ਆ ਸਮਾਲ ਡਾਇਆਮੀਟਰ ਦੇ ਵਾਇਰ ਦੇ ਹੀ ਹੁੰਦੇ ਆ, ਠੀਕ ਆ। ਬਟ ਵਾਇਰ ਜਿਹੜੀ ਹੁੰਦੀ ਉਹਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ, ਠੀਕ ਹੈ। ਉਹੀ ਲਿਖਿਆ ਮੈਟੈਲਿਕ ਸਟ੍ਰੇਨ ਗੇਜਸ ਆਰ ਮੈਨੂਫੈਕਚਰਡ ਫਰੋਮ ਸਮਾਲ ਡਾਇਆਮੀਟਰ ਵਾਇਰ, ਯਾਨੀ ਕਿ ਛੋਟੇ ਮਤਲਬ ਕਿ ਬਰੀਕ ਤਾਰ ਹੁੰਦੀ ਆ, ਠੀਕ ਆ। ਅਤੇ ਜਿਹੜੇ ਮਟੀਰੀਅਲ ਹੁੰਦਾ ਉਹਦੀ ਕੀ ਹੁੰਦੀ ਹਾਈ ਰੈਜ਼ਿਸਟੈਂਸ ਹੁੰਦੀ ਆ,
from thin foil sheet. द चेंज इन रेजिस्टेंस इज प्रोपोर्शनल टू द अप्लाई स्ट्रेन, यानी कि जितनी ज़्यादा रेजिस्टेंस चेंज होगी वो डायरेक्टली प्रोपोर्शनल, जितना ज़्यादा स्ट्रेन होगा उन्नी ज़्यादा रेजिस्टेंस अपने को चेंज होगी, ठीक है। सो इज मैर विद द स्पैशली अडॉप्टेड व्हीटस्टोन ब्रिज, जो ਤੁਹਾਨੂੰ ਦੱਸਿਆ ਵੀ ਇਸ ਪੁਆਇੰਟ ਦੇ ਵਿੱਚ ਕਿ ਨਾ व्हीटस्टोन ब्रिज ਲਾਉਣਾ, ਕੋਈ व्हीटस्टोन ब्रिज ਕਿਉਂ ਯੂਜ਼ ਕਰਦੇ ਆ, ਅਨਨੋਨ ਰੈਜ਼ਿਸਟੈਂਸ ਨੂੰ ਫਾਈਂਡ ਆਊਟ ਕਰਨ ਵਾਸਤੇ ਆਪਾਂ व्हीटस्टोन ब्रिज ਯੂਜ਼ ਕਰਦੇ ਹਾਂ। ਸੋ ਆਪਣੇ ਕੋਲ ਇਹ ਰੈਜ਼ਿਸਟੈਂਸ ਜਿਹੜੀ ਆ ਇਹ ਲੈਂਥ ਐਕਚੁਅਲੀ ਚੇਂਜ ਹੋ ਰਹੀ ਆ ਵਾਇਰ ਦੀ, ਜਦੋਂ ਆਪਾਂ ਪ੍ਰੈਸ਼ਰ ਇਹਦੇ ਉੱਪਰ ਪਾਉਂਦੇ ਆ ਜਾਂ ਪ੍ਰੈਸ਼ਰ ਇਹਦੇ ਉੱਪਰ ਹਟਾ ਲੈਂਦੇ ਆ, ਠੀਕ ਹੈ। ਸੋ ਜਿਹੜੀ ਰੈਜ਼ਿਸਟੈਂਸ ਚੇਂਜ ਹੋਈ ਉਹਨੂੰ ਮੇਅਰ ਵੀ ਤਾਂ ਕਰਨਾ ਨਾ ਕਿਸੇ ਚੀਜ਼ ਦੇ ਨਾਲ, ਸੋ ਉਹਨੂੰ ਮੇਅਰ ਕਰਨ ਵਾਸਤੇ ਆਪਾਂ व्हीटस्टोन ब्रिज ਲਾਇਆ ਹੁੰਦਾ, ਜਿਹਦੇ ਵਿੱਚ ਆਪਣੇ ਕੋਲ 3 ਅਨਨੋਨ ਰੈਜ਼ਿਸਟੈਂਸ ਹੁੰਦੀਆਂ ਤੇ ਇੱਕ ਜਿਹੜੀ ਹੁੰਦੀ ਆ ਸੌਰੀ ਇੱਕ ਅਨਨੋਨ ਰੈਜ਼ਿਸਟੈਂਸ ਦੇ 3 ਨੋਨ ਰੈਜ਼ਿਸਟੈਂਸ ਹੁੰਦੀਆਂ। ਸੋ 3 ਨੋਨ ਰੈਜ਼ਿਸਟੈਂਸ ਨੂੰ ਯੂਜ਼ ਕਰਕੇ ਆਪਾਂ ਅਨਨੋਨ ਰੈਜ਼ਿਸਟੈਂਸ ਜਿਹੜੀ ਵੈਲਿਊ ਹੁੰਦੀ ਉਹਨੂੰ ਫਾਈਂਡ ਆਊਟ ਕਰ ਸਕਦੇ ਆ। ਪਿਛਲੇ ਤੋਂ ਪਿਛਲੇ ਲੈਕਚਰ ਦੇ ਵਿੱਚ ਤੁਸੀਂ ਦੇਖ ਵੀ ਸਕਦੇ ਆ ਚੀਜ਼, ਜਿਹਦੇ ਵਿੱਚ ਆਪਾਂ ਰੈਜ਼ਿਸਟੈਂਸ ਤੇ ਇੰਡਕਟੈਂਸ ਨੂੰ ਮੇਅਰ ਕਰਨ ਵਾਸਤੇ ਬ੍ਰਿਜਸ ਪੜ੍ਹੇ ਸੀਗੇ, ਉਹਦੇ ਵਿੱਚ ਆਪਾਂ ਇਹ व्हीटस्टोन ब्रिज ਪੜ੍ਹਿਆ ਸੀਗਾ। ਦੁਬਾਰਾ ਇੱਕ ਵਾਰ ਸਟੱਡੀ ਕਰ ਲਿਓ ਜੇ ਨਹੀਂ ਤੁਹਾਨੂੰ ਸਮਝ ਲੱਗਾ ਤਾਂ ਲੈਕਚਰ ਪਿਆ ਹੋਇਆ ਹੋਵੇ, ਠੀਕ ਹੈ। ਸੋ ਇਹ ਆਪਣੇ ਕੋਲ ਸਟ੍ਰੇਨ ਗੇਜ ਸੀਗਾ, ਯਾਦ ਰੱਖਿਓ। ਨੈਕਸਟ ਮੇਰੇ ਕੋਲ ਆਉਂਦਾ ਇੰਡਕਟਿਵ ਟਰਾਂਜ਼ਿਸਟਰ, ਬੜਾ ਇੰਪੋਰਟੈਂਟ ਹੈ ਟੌਪਿਕ, LVDT ਇਹਦੇ ਵਿੱਚ ਆ ਜਾਂਦਾ ਹੈ, ਇਹ ਹਰ ਵਾਰ ਐਗਜ਼ਾਮ ਦੇ ਵਿੱਚ ਵੀ ਕੁਐਸਚਨ ਆਉਂਦਾ ਹੈ, ਉੱਦਾਂ ਵੀ ਇੰਟਰਸਟਿੰਗ। ਸੋ ਇੰਡਕਟਿਵ ਟਰਾਂਜ਼ਿਸਟਰ ਦੇਖੋ ਇੰਡਕਟੈਂਸ ਦੇ ਉੱਪਰ ਕੰਮ ਕਰੂਗਾ, ਇਹ ਨਾਮ ਤੋਂ ਪਤਾ ਲੱਗਦਾ ਇੰਡਕਟਿਵ, ਠੀਕ ਆ। ਇੰਡਕਟੈਂਸ ਦੇ ਵਿੱਚ ਕੀ ਹੁੰਦਾ, ਆਪਣੇ ਕੋਲ ਮੈਗਨੈਟਿਕ ਫੀਲਡ ਬਣਦਾ, ਮੈਗਨੈਟਿਕ ਫੀਲਡ ਦੀ ਆਪਣੀ ਇੰਡਕਟੈਂਸ ਹੁੰਦੀ ਹੈ, ਠੀਕ ਹੈ। ਸੋ ਇੰਡਕਟਿਵ ਟਰਾਂਜ਼ਿਸਟਰ ਵਰਕ ਔਨ ਦਾ ਪ੍ਰਿੰਸੀਪਲ ਆਫ ਦਾ ਇੰਡਕਟੈਂਸ ਚੇਂਜ ਡਿਊ ਟੂ ਐਨੀ ਐਪਰੀਸ਼ੀਏਬਲ ਚੇਂਜ ਇਨ ਦਾ ਕੁਆਂਟਿਟੀ ਟੂ ਬੀ ਮੈਜਰਡ, ਠੀਕ ਹੈ। ਫੋਰ ਐਗਜ਼ਾਮਪਲ LVDT, ਯਾਨੀ ਕਿ LVDT ਲੀਨ ਵੇਰੀਏਬਲ ਡਿਫਰੈਂਸ਼ੀਅਲ ਟਰਾਂਜ਼ਿਸਟਰ ਜਿਹੜਾ ਥੱਲੇ ਲਿਖਿਆ ਵੀ ਹੋਇਆ, ਇਹਦੀ ਇੱਕ ਐਗਜ਼ਾਮਪਲ ਆ, ਠੀਕ ਹੈ। ਇਹ ਵੀ ਕੀ ਹੈ, ਇੱਕ ਤਰ੍ਹਾਂ ਦਾ ਇੰਡਕਟਿਵ ਟਰਾਂਜ਼ਿਸਟਰ ਆ, ਜਿਹਦੇ ਵਿੱਚ ਆਪਾਂ ਕੀ ਕਰਦੇ ਹਾਂ, ਡਿਸਪਲੇਸਮੈਂਟ ਮੇਅਰ ਕਰਦੇ ਹਾਂ। ਕਿੱਦਾਂ ਮੇਅਰ ਕਰਦੇ ਹਾਂ, ਵੋਲਟੇਜ ਡਿਫਰੈਂਸ ਕੱਢ ਕੇ ਸੈਕੰਡਰੀ ਵੋਲਟੇਜ ਦਾ, ਠੀਕ ਹੈ। ਸੋ ਉਹੀ ਇੱਥੇ ਲਿਖਿਆ ਹੋਇਆ, ਸੋ ਸੈਕੰਡਰੀ ਵੋਲਟੇਜ ਆਰ ਨਥਿੰਗ ਬਟ ਦਾ ਰਿਜ਼ਲਟ ਆਫ ਇੰਡਕਸ਼ਨ ਡਿਊ ਟੂ ਦਾ ਫਲਕਸ ਲਿੰਕੇਜ ਚੇਂਜ ਇਨ ਦਾ ਸੈਕੰਡਰੀ ਕੋਇਲ ਵਿਦ ਦਾ ਡਿਸਪਲੇਸਮੈਂਟ ਆਫ ਦਾ ਆਇਰਨ ਬਾਰ, ਠੀਕ ਹੈ। ਇਹ ਆਪਾਂ ਡਿਟੇਲ ਦੇ ਵਿੱਚ ਅੱਗੇ ਸਟੱਡੀ ਵੀ ਕਰਨਾ ਵੀ ਕੀ ਹੁੰਦਾ ਐਕਚੁਅਲ ਦੇ ਵਿੱਚ। ਇਹਨੂੰ ਸਮਝਣਾ ਤਾਂ ਪਹਿਲਾਂ ਤੁਹਾਨੂੰ ਟਰਾਂਸਫਾਰਮਰ ਦੀ ਵਰਕਿੰਗ ਪਤਾ ਹੋਣੀ ਚਾਹੀਦੀ ਹੈ ਕਿ ਟਰਾਂਸਫਾਰਮਰ ਜਿਹੜਾ ਹੁੰਦਾ ਉਹ ਕਿੱਦਾਂ ਵਰਕ ਕਰਦਾ। ਸੋ ਟਰਾਂਸਫਾਰਮਰ ਦੇ ਵਿੱਚ ਵੀ ਆਪਣੇ ਕੋਲ ਇੱਕ ਪ੍ਰਾਇਮਰੀ ਵਾਈਂਡਿੰਗ ਹੁੰਦੀ ਹੈ, ਇੱਕ ਸੈਕੰਡਰੀ ਵਾਈਂਡਿੰਗ ਹੁੰਦੀ ਹੈ। ਜਦੋਂ ਵੀ ਆਪਾਂ ਪ੍ਰਾਇਮਰੀ ਨੂੰ ਸਪਲਾਈ ਦਿੰਦੇ ਆ ਉਸ ਟਾਈਮ 'ਤੇ ਕੀ ਹੁੰਦਾ, ਜਿਹੜਾ ਉਹਦਾ ਮੈਗਨੈਟਿਕ ਫੀਲਡ ਹੁੰਦਾ ਕੋਰ ਦੇ ਥਰੂ ਹੋ ਕੇ ਸੈਕੰਡਰੀ ਵਾਈਂਡਿੰਗ ਦੇ ਵਿੱਚ ਚਲਿਆ ਜਾਂਦਾ, ਜਾਂ ਸੈਕੰਡਰੀ ਵਾਈਂਡਿੰਗ ਦੇ ਨਾਲ ਲਿੰਕ ਕਰਦਾ, ਡਿਪੈਂਡ ਕਰਦਾ ਟਰਾਂਸਫਾਰਮਰ ਸ਼ੈਲ ਟਾਈਪ ਆ ਜਾਂ ਕੋਰ ਟਾਈਪ ਆ। ਜੇ ਕੋਰ ਟਾਈਪ ਆ ਤਾਂ ਕੋਰ ਥਰੂ ਜਿਹੜਾ ਫੀਲਡ ਹੁੰਦਾ ਉਹ ਕੀ ਕਰਦਾ, ਸੈਕੰਡਰੀ ਵਾਈਂਡਿੰਗ ਨਾਲ ਟੱਚ ਹੁੰਦਾ, ਤੇ ਸੈਕੰਡਰੀ ਵਾਈਂਡਿੰਗ 'ਚ ਵੀ EMF ਇੰਡਿਊਸ ਹੁੰਦੀ ਹੈ। ਜਿਹੜੀ ਸੈਕੰਡਰੀ ਵਾਈਂਡਿੰਗ 'ਚ ਹੁਣ EMF ਇੰਡਿਊਸ ਹੋਈ ਆ ਉਹੀ ਆਪਣੇ ਕੋਲ ਅੱਗੇ ਕੀ ਹੁੰਦਾ, ਵੋਲਟੇਜ ਆ ਜਾਂਦੀ ਹੈ, ਠੀਕ ਆ, ਟਰਾਂਸਫਰ ਹੋ ਕੇ ਵੋਲਟੇਜ ਆਉਂਦੀ ਹੈ। ਬਾਕੀ ਜਿੰਨੀ ਨੰਬਰ ਆਫ ਟਰਨਸ ਸੈਕੰਡਰੀ ਦੀਆਂ ਜ਼ਿਆਦਾ ਹੋਣਗੀਆਂ ਉਨੀ ਜ਼ਿਆਦਾ ਆਪਣੇ ਕੋਲ ਵੋਲਟੇਜ ਹੋਊਗੀ। ਸੋ ਉਸੇ ਪ੍ਰਿੰਸੀਪਲ ਦੇ ਉੱਪਰ ਆਪਣਾ ਜਿਹੜਾ ਹੁੰਦਾ LVDT ਵੀ ਕੰਮ ਕਰਦਾ ਹੈ, ਓਕੇ। ਸੋ LVDT ਜਿਹੜਾ ਹੁੰਦਾ ਇਹਨੂੰ ਆਪਾਂ ਬਰੀਫ ਦੇ ਵਿੱਚ ਹੁਣ ਪੜ੍ਹਨਾ ਵੀ ਇਹ ਕਿੱਦਾਂ ਕੰਮ ਕਰਦਾ। ਸੋ LVDT ਵਰਕਸ ਅੰਡਰ ਦਾ ਪ੍ਰਿੰਸੀਪਲ ਆਫ ਮਿਊਚੁਅਲ ਇੰਡਕਸ਼ਨ। ਸੋ ਜਿਹੜਾ ਟਰਾਂਸਫਾਰਮਰ ਹੁੰਦਾ ਉਹ ਵੀ ਆਪਣਾ ਮਿਊਚੁਅਲ ਇੰਡਕਸ਼ਨ ਦੇ ਫਿਨੋਮੀਨਾ 'ਤੇ ਹੀ ਕੰਮ ਕਰਦਾ ਹੈ। ਮਿਊਚੁਅਲ ਇੰਡਕਸ਼ਨ ਯਾਨੀ ਕਿ ਦੋ ਇਹ ਚੀਜ਼ਾਂ ਦੇ ਵਿੱਚ ਜਦੋਂ ਇੰਡਕਸ਼ਨ ਹੋਣੀ ਆ ਜਾਂ ਮੈਗਨੈਟਿਕ ਫੀਲਡ ਕਰਕੇ ਇੱਕ ਚੀਜ਼ ਜਿਹੜੀ ਆ ਉਹਨੇ EMF ਪ੍ਰੋਡਿਊਸ ਕੀਤੀ ਆ ਤੇ ਦੂਸਰੀ ਦੇ ਵਿੱਚ ਉਹਦੇ ਕਰਕੇ EMF ਪ੍ਰੋਡਿਊਸ ਹੋ ਗਈ। ਲਾਈਕ ਟਰਾਂਸਫਾਰਮਰ ਦੇ ਵਿੱਚ ਪ੍ਰਾਇਮਰੀ ਨੂੰ ਸਪਲਾਈ ਦਿੱਤੀ ਆ, ਉਹਦੇ ਵਿੱਚ EMF ਪ੍ਰੋਡਿਊਸ ਹੋਈ ਆ, ਠੀਕ ਆ। ਤੇ ਉਹੀ EMF ਜਦੋਂ ਸੈਕੰਡਰੀ ਨਾਲ ਟੱਚ ਹੋਣੀ ਉਹ 'ਚ ਵੀ EMF ਪ੍ਰੋਡਿਊਸ ਹੋ ਗਈ। ਸੋ ਇਹ ਕੀ ਹੋ ਗਿਆ, ਮਿਊਚੁਅਲ ਇੰਡਕਟੈਂਸ ਹੋ ਗਈ। So LVDT works on the principle of mutual induction and the displacement which is a non-electrical quantity is converted into electrical energy. So LVDT ਜਿਹੜਾ ਹੁੰਦਾ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਡਿਸਪਲੇਸਮੈਂਟ ਜਿਹੜੀ ਕਿ ਇੱਕ ਨੋਨ ਇਲੈਕਟ੍ਰੀਕਲ ਕੁਆਂਟਿਟੀ ਆ ਉਹਨੂੰ ਆਪਾਂ ਕਨਵਰਟ ਕਰਦੇ ਹਾਂ ਇਲੈਕਟ੍ਰੀਕਲ ਐਨਰਜੀ ਦੇ ਵਿੱਚ। ਬਾਕੀ ਜਿਹੜੀ ਡਿਸਪਲੇਸਮੈਂਟ ਆ ਯਾਨੀ ਕਿ ਡਿਸਪਲੇਸ ਯਾਨੀ ਕਿ ਕਿੰਨੀ ਜਿਹੜੀ ਆਪਣੀ ਕੋਈ ਵੀ ਜਿਹੜੀ ਚੀਜ਼ ਆ ਜਾਂ ਕੋਈ ਲੈਂਥ ਆਪਾਂ ਕਿੰਨੀ ਇਕਵਿਪਮੈਂਟ ਜਿਹੜਾ ਆਪਣੀ ਜਗ੍ਹਾ ਤੋਂ ਹਿੱਲਿਆ ਉਹ ਹੋ ਗਈ ਡਿਸਪਲੇਸਮੈਂਟ, ਠੀਕ ਹੈ। ਡਿਸਪਲੇਸ ਹੋਣਾ ਇੱਕ ਜਗ੍ਹਾ ਤੋਂ, ਸੋ ਉਹ ਜਿਹੜੀ ਡਿਸਪਲੇਸ ਹੋਈ ਹੈ ਚੀਜ਼ ਉਹ ਕਿੰਨੀ ਆਪਣੀ ਜਗ੍ਹਾ ਤੋਂ ਹਿੱਲੀ ਆ ਉਹਨੂੰ ਮੇਅਰ ਕਰਨ ਵਾਸਤੇ ਆਪਾਂ ਜਿਹੜਾ LVDT ਨੂੰ ਯੂਜ਼ ਕਰਦੇ ਹਾਂ। ਐਂਡ ਦਾ ਵੇ ਹਾਊ ਦਾ ਐਨਰਜੀ ਇਜ਼ ਗੈਟਿੰਗ ਕਨਵਰਟਡ ਇਜ਼ ਡਿਸਕ੍ਰਾਈਬਡ ਇਨ ਦਾ ਵਰਕਿੰਗ ਆਫ LVDT ਇਨ ਡਿਟੇਲ ਮੈਂ। ਸੋ ਕਿੱਦਾਂ ਇਹ ਕੰਮ ਕਰਦੇ ਆਪਾਂ ਹੁਣ ਡਿਟੇਲ 'ਚ ਸਟੱਡੀ ਕਰਦੇ ਹਾਂ। ਸੋ LVDT ਆ ਦੇਖੋ ਆਪਣੇ ਕੋਲ ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟਰਾਂਜ਼ਿਸਟਰ ਦੇ ਦੋ ਆਪਣੇ ਕੋਲ ਡਾਇਗਰਾਮ ਬਣੇ ਹੋਏ ਆ। ਤੁਹਾਨੂੰ ਦੱਸਿਆ ਸੀ ਕਿ ਇਹ ਕੀ ਆ, ਟਰਾਂਸਫਾਰਮਰ ਦੇ ਫਿਨੋਮੀਨੇ 'ਤੇ ਹੀ ਕੰਮ ਕਰਦਾ। ਜਿੱਦਾਂ ਟਰਾਂਸਫਾਰਮਰ 'ਚ ਪ੍ਰਾਇਮਰੀ ਤੇ ਸੈਕੰਡਰੀ ਵਾਈਂਡਿੰਗ ਹੁੰਦੀ ਸੀ ਉੱਦਾਂ ਹੀ ਇਹਦੇ ਵਿੱਚ ਵੀ ਕੀ ਆ, ਪ੍ਰਾਇਮਰੀ ਤੇ ਸੈਕੰਡਰੀ ਵਾਈਂਡਿੰਗ ਹੈਗੀ ਆ। ਸੋ ਫਰਕ ਕੀ ਹੈ ਇਹਦੇ, ਉਹਦੇ ਵਿੱਚ ਇੱਕ ਪ੍ਰਾਇਮਰੀ ਹੁੰਦੀ ਇੱਕ ਸੈਕੰਡਰੀ ਹੁੰਦੀ ਆ। ਜਿਹੜਾ LVDT ਆ ਇਹਦੇ ਵਿੱਚ ਇੱਕ ਪ੍ਰਾਇਮਰੀ ਹੈ ਤੇ ਦੋ ਮੇਰੇ ਕੋਲ ਕੀ ਆ, ਸੈਕੰਡਰੀ ਵਾਈਂਡਿੰਗਸ ਨੇ। ਸੋ ਆਹ ਦੇਖੋ ਇੱਕ ਪ੍ਰਾਇਮਰੀ ਵਾਈਂਡਿੰਗ ਆ, ਦੋ ਮੇਰੇ ਕੋਲ ਕੀ ਆ, ਸੈਕੰਡਰੀ ਵਾਈਂਡਿੰਗ ਨੇ। ਇੱਕ ਮੇਰੇ ਕੋਲ ਸੈਂਟਰ ਦੇ ਵਿੱਚ ਆ ਦੇਖੋ ਆਇਰਨ ਕੋਰ ਆ, ਠੀਕ ਆ। ਆ ਕੀ ਆਇਰਨ ਕੋਰ ਆ। ਪ੍ਰਾਇਮਰੀ ਵਾਈਂਡਿੰਗ ਜਿਹੜੀ ਆ ਇਹਨੂੰ ਆਪਾਂ ਸਪਲਾਈ ਦਿੰਦੇ ਆ। ਦੇਖੋ ਆ ਵੀ ਥੱਲੇ ਵੀ ਪ੍ਰਾਇਮਰੀ ਵਾਈਂਡਿੰਗ ਆ ਇੱਕ, ਤੇ ਦੋ ਸੈਕੰਡਰੀ ਵਾਈਂਡਿੰਗ ਨੇ। ਸੋ ਆ ਦੇਖੋ ਇਹਨੂੰ ਕੌਨਸਟੈਂਟ AC ਵੋਲਟੇਜ ਆਪਾਂ ਦਿੱਤੀ ਆ। ਸੋ ਇੰਡਕਸ਼ਨ ਕਰਨੀ ਆ ਤਾਂ ਓਬਵੀਅਸਲੀ ਗੱਲ ਆ ਵੀ AC ਵੋਲਟੇਜ ਹੀ ਆਪਾਂ ਨੂੰ ਦੇਣੀ ਪੈਣੀ ਆ। ਸੋ AC ਵੋਲਟੇਜ ਜਿਹੜੀ ਇੱਥੇ ਆਪਾਂ ਅਪਲਾਈ ਕੀਤੀ ਆ 12 ਤੋਂ 15 ਵੋਲਟ, ਠੀਕ ਆ। ਤੇ ਫ੍ਰੀਕੁਐਂਸੀ ਡਿਪੈਂਡ ਕਰਦਾ, ਤੁਸੀਂ ਕੋਈ ਵੀ ਫ੍ਰੀਕੁਐਂਸੀ 'ਚ ਆਪਾਂ 50 ਤੋਂ 400 ਹਰਟਜ਼ ਤੱਕ ਦੇ ਸਕਦੇ ਹਾਂ। ਸੋ ਇਹਨੂੰ ਆਪਾਂ ਕੀ ਕੀਤਾ, ਸਪਲਾਈ ਦਿੱਤੀ ਆ। ਤੇ ਜਿਹੜੀ ਆਪਾਂ ਸਪਲਾਈ ਲੈਣੀ ਆ ਉਹ ਕਿੱਥੋਂ ਲੈਣੀ ਆ, ਆਪਾਂ ਸੈਕੰਡਰੀ ਵਾਈਂਡਿੰਗ ਤੋਂ ਲੈਣੀ ਆ। ਦੇਖੋ ਇਹਦੇ ਵਿੱਚ ਕੀ ਆ, ਐਕਚੁਅਲੀ ਸੈਕੰਡਰੀ ਵਾਈਂਡਿੰਗ ਕਾਮਨ ਹੀ ਆ, ਇੱਥੋਂ ਕਾਮਨ ਕੀਤੀ ਆ। ਇੱਕ ਪੁਆਇੰਟ ਆਪਾਂ ਇੱਥੋਂ ਚੱਕ ਲਿਆ ਇਹਦਾ ਤੇ ਇੱਕ ਇੱਥੋਂ ਚੱਕ ਲਿਆ, ਠੀਕ ਆ। ਸੋ ਜਿਹੜੀ ਆਊਟਪੁੱਟ ਆਉਣੀ ਉਹ ਕੀ ਆਉਣੀ ਆ ਆਪਣੇ ਕੋਲ, ਉਹ ਆਉਣੀ ਆ ਡਿਫਰੈਂਸ ਆਉਣਾ V1 ਤੇ V2 ਦਾ। V1 ਜਿਹੜੀ ਆ ਉਹ ਕੋਇਲ 1 ਨੇ ਪ੍ਰੋਡਿਊਸ ਕੀਤੀ ਆ ਵੋਲਟੇਜ, V2 ਜਿਹੜੀ ਆ ਕੋਇਲ 2 ਨੇ ਪ੍ਰੋਡਿਊਸ ਕੀਤੀ ਆ ਵੋਲਟੇਜ। ਯਾਦ ਰੱਖਿਓ ਇਸ ਚੀਜ਼ ਨੂੰ। ਸੈਕੰਡਰੀ 1 ਜਾਂ S1 ਨੇ ਜਿਹੜੀ ਵੋਲਟੇਜ ਪ੍ਰੋਡਿਊਸ ਕੀਤੀ ਆ V1,
ਸੈਕੰਡਰੀ 2 ਨੇ ਜਿਹੜੀ ਪ੍ਰੋਡਿਊਸ ਕੀਤੀ ਆ ਉਹ ਹੈਗੀ ਆ V2। ਦੋਨਾਂ ਦਾ ਜਿਹੜਾ ਡਿਫਰੈਂਸ ਹੋਊਗਾ ਉਹੀ ਮੇਰੇ ਕੋਲ ਕੀ ਹੋਊਗਾ, ਆਊਟਪੁੱਟ ਵੋਲਟੇਜ ਹੋਊਗੀ। ਸੋ ਵੋਲਟੇਜ ਜਿਹੜੀ ਹੁੰਦੀ ਉਹਨੂੰ ਹੀ ਫਿਰ ਮੈਂ ਅੱਗੇ ਜਿਹੜਾ ਉਹਦੇ ਹਿਸਾਬ ਨਾਲ ਸਕੇਲ ਜਿਹੜਾ ਮੈਂ ਕੈਲੀਬ੍ਰੇਟ ਕੀਤਾ ਹੁੰਦਾ mm ਜਾਂ ਸੈਂਟੀਮੀਟਰ ਦੇ ਹਿਸਾਬ ਨਾਲ ਵੀ ਕਿੰਨੀ ਮੇਰੀ ਜਿਹੜੀ ਚੀਜ਼ ਆ ਡਿਸਪਲੇਸ ਹੋਈ ਆ। ਮੰਨ ਲਓ ਜੇ 100 ਵੋਲਟ ਆਇਆ ਮੇਰੇ ਕੋਲ ਤਾਂ ਜਿਹੜੀ ਚੀਜ਼ ਆ ਉਹ 1 mm ਡਿਸਪਲੇਸ ਹੋਈ ਆ ਆਪਣੀ ਜਗ੍ਹਾ ਤੋਂ। ਜੇ ਮੰਨ ਲਓ 200 ਵੋਲਟ ਆਈ ਆ, ਫੋਰ ਐਗਜ਼ਾਮਪਲ ਇੱਕ ਐਗਜ਼ਾਮਪਲ ਦੇ ਰਹੇ, ਮੰਨ ਲਓ 200 ਵੋਲਟ ਆਈ ਆ ਤਾਂ ਇਟ ਮੀਨਸ ਕਿ ਕੀ ਆ 2 mm ਜਿਹੜੀ ਆ ਆਪਣੀ ਜਗ੍ਹਾ ਤੋਂ ਜਿਹੜੀ ਥਿੰਗ ਆ ਕੋਈ ਵੀ ਡਿਸਪਲੇਸ ਹੋਈ ਆ। ਸੋ ਆ ਵੀ ਇੱਕ ਉਹਦਾ ਡਾਇਗਰਾਮ ਹੈ, ਇਹ ਵੀ ਤੁਸੀਂ ਡਰਾ ਕਰ ਲਿਓ, ਜਿਹਦੇ ਵਿੱਚ ਪ੍ਰਾਇਮਰੀ ਨੂੰ ਸਪਲਾਈ ਦਿੱਤੀ ਕੋਰ ਆ, ਕੋਰ ਦੇ ਥਰੂ ਸੈਕੰਡਰੀ ਦੇ ਵਿੱਚ EMF ਇੰਡਿਊਸ ਹੋਈ ਹੈ, ਠੀਕ ਹੈ। ਤੇ ਜਿਹੜਾ ਆਊਟਪੁੱਟ ਆਈ ਆ ਉਹ ਕੀ ਆਈ ਆ, ਦੋਨਾਂ ਦਾ ਡਿਫਰੈਂਸ। ਸੋ ਜੇ ਆਪਾਂ ਵਰਕਿੰਗ ਸਟੱਡੀ ਕਰਦੇ ਹਾਂ ਤਾਂ ਇਹਦੇ 'ਚ ਆਪਾਂ 3 ਕੇਸਿਸ ਕਰ ਸਕਦੇ ਹਾਂ ਪੋਜੀਸ਼ਨ ਦੇ ਹਿਸਾਬ ਨਾਲ ਕਿ ਜਿਹੜਾ ਆਪਣੇ ਕੋਈ ਫਾਰਮਰ ਆ ਉਹਦੀ ਕੀ ਪੋਜੀਸ਼ਨ ਆ। ਫਸਟ ਦੇ ਵਿੱਚ ਤਾਂ ਦੇਖੋ ਜਿਹੜਾ ਆਪਣੇ ਕੋਲ ਕੋਈ ਵੀ ਐਕਸਟਰਨਲ ਫੋਰਸ ਜਿਹੜੀ ਆ, ਦੇਖੋ ਨਾਲੇ ਇੱਕ ਹੋਰ ਚੀਜ਼ ਦੱਸਣਾ ਤੁਹਾਨੂੰ, ਜਿਹੜਾ ਫਾਰਮਰ ਆ ਨਾ ਇਹ ਆਪਣਾ ਅੱਗੇ ਜਾਂ ਪਿੱਛੇ ਮੂਵ ਕਰ ਸਕਦਾ, ਠੀਕ ਹੈ। ਇਸੇ ਕਰਕੇ ਦੇਖੋ ਮੋਸ਼ਨ ਲਿਖਿਆ ਹੋਇਆ ਨਾ, ਇਹ ਅੱਗੇ ਪਿੱਛੇ ਮੂਵ ਕਰ ਸਕਦਾ, ਜਾਂ ਜੇ ਇਹਨੂੰ ਵਰਟੀਕਲ ਲਾਇਆ ਤਾਂ ਉੱਪਰ ਥੱਲੇ ਕਹਿ ਲਓ ਮੂਵ ਕਰੂਗਾ ਇਹ। ਸੋ ਫਸਟ ਕੰਡੀਸ਼ਨ ਦੇ ਵਿੱਚ ਕੋਈ ਵੀ ਐਕਸਟਰਨਲ ਫੋਰਸ ਜਿਹੜੀ ਆ ਨਹੀਂ ਲੱਗੀ ਹੈ, ਇਸ ਕਰਕੇ ਕੋਈ ਵੀ ਡਿਸਪਲੇਸਮੈਂਟ ਨਹੀਂ ਹੋਈ। ਉਸ ਟਾਈਮ 'ਤੇ ਕੀ ਹੋਊਗਾ, ਜਿਹੜੀ ਕੋਰ ਹੋਊਗੀ ਉਹ ਆਪਣੀ ਨਲ ਪੋਜੀਸ਼ਨ ਦੇ ਉੱਪਰ ਹੀ ਰਹੂਗੀ, ਜਿਹਦੇ ਕਰਕੇ ਕੀ ਹੋਣਾ, ਜਿਹੜੀ ਸੈਕੰਡਰੀ ਵਾਈਂਡਿੰਗ ਆ ਕੋਇਲ 1 ਦੀ ਤੇ ਸੈਕੰਡਰੀ ਵਾਈਂਡਿੰਗ ਆ ਕੋਇਲ 2 ਦੀ, ਇਹਨਾਂ ਦੋਨਾਂ ਦੇ ਵਿੱਚ ਸੇਮ ਹੀ EMF ਇੰਡਿਊਸ ਹੋਣੀ। ਸੋ ਸੇਮ EMF ਇੰਡਿਊਸ ਹੋਈ ਆ ਤਾਂ ਉਹਦੇ ਕਰਕੇ ਕੀ ਹੋਣਾ, ਜਿਹੜੀ ਨੈਟ ਰਿਜ਼ਲਟੈਂਟ ਆਉਣਾ V1 - V2 ਇਜ਼ ਇਕੁਅਲ ਟੂ ਕੀ ਆਉਣਾ, 0 ਆ ਜਾਣਾ, ਠੀਕ ਆ। ਨੈਟ ਰਿਜ਼ਲਟੈਂਟ ਕੀ ਆਣਾ, 0 ਆ ਜਾਣਾ, ਕਿਉਂਕਿ ਜਿਹੜੀ ਆਪਣੇ ਕੋਲ EMF ਉਹ ਡਿਪੈਂਡ ਕਰਦੀ ਪਈ ਨਾ ਇਹਨਾਂ ਦੋਨਾਂ ਸੈਕੰਡਰੀ ਕੋਇਲਸ ਦੇ ਡਿਫਰੈਂਸ ਦੇ ਉੱਪਰ ਹੀ। ਜਿੰਨੀ ਇਹਦੇ ਵਿੱਚ ਆਪਣੇ ਕੋਲ ਵੋਲਟੇਜ ਹੋਊਗੀ ਦੋਨਾਂ ਕੋਇਲਸ ਦੇ ਵਿੱਚ, ਉਸ ਹਿਸਾਬ ਨਾਲ ਆਪਣੇ ਕੋਲ ਕੀ ਹੈ ਇੱਥੇ ਵੋਲਟੇਜ ਆਊਗੀ, ਦੋਨਾਂ ਦੇ ਡਿਫਰੈਂਸ ਦੇ ਨਾਲ ਵੋਲਟੇਜ ਆਊਗੀ। ਹੁਣ ਜੇ ਦੋਨਾਂ ਦੇ ਵਿੱਚ ਸੇਮ EMF ਪ੍ਰੋਡਿਊਸ ਹੋਈ ਹੈ, ਸੇਮ ਵੋਲਟੇਜ ਪ੍ਰੋਡਿਊਸ ਹੋਈ ਹੈ, ਤਾਂ ਉਹ ਦੋਨਾਂ ਦਾ ਜਿਹੜਾ ਆਪਣੇ ਕੋਲ ਡਿਫਰੈਂਸ ਆਉਣਾ 0 ਹੀ ਆਉਣਾ। ਇਸ ਕਰਕੇ ਆਪਣੇ ਕੋਲ ਜਿਹੜਾ ਆਊਟਪੁੱਟ ਆਉਣੀ ਆ ਉਹ ਕੀ ਆਉਣੀ ਆ, 0 ਆ ਜਾਣੀ ਆ। ਹੁਣ ਸੈਕਿੰਡ ਕੇਸ ਦੇ ਵਿੱਚ ਆਪਾਂ ਕੰਸੀਡਰ ਕਰਦੇ ਹਾਂ ਕਿ ਜਿਹੜਾ ਮੇਰੇ ਕੋਲ ਸਟੀਲ ਜਾਂ ਆਇਰਨ ਕੋਰ ਆ ਉਹ ਕਿੱਧਰ ਨੂੰ, ਲੈਫਟ ਨੂੰ ਮੂਵ ਹੋਈ ਹੈ, ਯਾਨੀ ਕਿ ਇੱਧਰ ਨੂੰ ਮੂਵ ਹੋਈ ਹੈ, ਲੈਫਟ ਨੂੰ ਮੂਵ ਹੋਈ ਆ। ਹੁਣ ਜਦੋਂ ਦੇਖੋ ਇਹ ਲੈਫਟ ਨੂੰ ਮੂਵ ਹੋਊਗੀ ਤਾਂ ਉਸ ਟਾਈਮ 'ਤੇ ਕੀ ਹੋਣਾ, ਕੋਇਲ 1 ਦੇ ਨਾਲ ਜਿਹੜਾ ਲਿੰਕ ਹੋਣਾ ਜ਼ਿਆਦਾ ਹੋ ਜਾਣਾ। ਆਪਾਂ ਅੱਗੇ ਡਿਸਕਸ ਕਰਦੇ ਡਾਇਗਰਾਮ ਹੋਣਾ ਇਹਦਾ। ਦੇਖੋ ਹੁਣ ਜੇ ਕੋਰ ਜਿਹੜੀ ਇੱਧਰ ਨੂੰ ਮੂਵ ਹੋਈ ਆ ਤਾਂ ਇੱਥੇ ਸੈਕੰਡਰੀ ਵਾਈਂਡਿੰਗ ਆ, ਸੈਕੰਡਰੀ ਵਾਈਂਡਿੰਗ ਨਾਲ ਹੁਣ ਲਿੰਕ ਜਿਹੜਾ ਸੀਗਾ ਇਹਦਾ ਘਟ ਗਿਆ। ਜਿਹੜੀ ਕੋਇਲ 2 ਸੀਗੀ ਸੈਕੰਡਰੀ ਵਾਈਂਡਿੰਗ ਦੀ ਕੋਇਲ 2 ਸੀ ਜਿਹੜੀ ਆਪਣੇ ਕੋਲ ਆਹ ਵਾਲੀ ਕੋਇਲ ਆ, ਇੱਥੇ ਲਿੰਕ ਇਹਦਾ ਘਟ ਜਾਣਾ, ਠੀਕ ਆ, ਤੇ ਕੋਇਲ 1 ਨਾਲ ਵੱਧ ਜਾਣਾ। ਇੱਦਾਂ ਹੀ ਇਸ ਡਾਇਗਰਾਮ 'ਚ ਵੀ ਦੇਖ ਲਓ, ਜਦੋਂ ਮੈਂ ਇਹਨੂੰ ਉੱਪਰ ਨੂੰ ਮੂਵ ਕਰੂੰਗਾ ਤਾਂ ਜਿਹੜਾ ਕੋਰ ਆ ਉਹਦਾ ਲਿੰਕ ਸੈਕੰਡਰੀ ਵਾਈਂਡਿੰਗ ਨਾਲ ਵੱਧ ਜਾਣਾ, ਤੇ ਜਿਹੜੀ ਸੈਕੰਡਰੀ ਵਾਈਂਡਿੰਗ ਕੋਇਲ 1 ਜਿਹੜੀ ਆ ਉਹਨਾਂ ਵੱਧ ਜਾਣਾ, ਜਾਂ ਇਹਨੂੰ ਕਹਿ ਲਓ S1 ਦੇ ਨਾਲ ਵੱਧ ਜਾਣਾ, S2 ਨਾਲ ਘਟ ਜਾਣਾ। ਸਿਮਿਲਰਲੀ ਜਦੋਂ ਲੈਫਟ ਨੂੰ ਮੂਵ ਹੋਈ S1 ਨਾਲ ਵੱਧ ਗਿਆ ਕੰਟੈਕਟ, S2 ਨਾਲ ਘਟ ਗਿਆ। ਸੋ ਇਸ ਟਾਈਮ 'ਤੇ ਕੀ ਹੋਣਾ, S1 ਦੇ ਵਿੱਚ ਕੀ ਹੋਣਾ, ਜ਼ਿਆਦਾ EMF ਇੰਡਿਊਸ ਹੋ ਜਾਣੀ ਆ, ਜਿਹੜੀ S2 ਆ ਉਹਦੇ ਵਿੱਚ ਕੀ ਹੋਣਾ, ਘੱਟ EMF ਇੰਡਿਊਸ ਹੋਣੀ ਆ। ਸੋ ਉਹਦੇ ਕਰਕੇ ਕੀ ਹੋਣਾ, ਮੇਰੇ ਕੋਲ ਜਿਹੜੀ ਓਵਰਆਲ ਜਿਹੜੀ ਆਪਣੇ ਕੋਲ ਵੋਲਟੇਜ ਆਉਣੀ ਆ ਉਹਦੇ ਵਿੱਚ ਕੀ ਹੋਣਾ, ਡਿਫਰੈਂਸ ਆ ਜਾਣਾ। ਤੇ ਉਹ ਡਿਫਰੈਂਸ ਜਿਹੜਾ ਆ ਆਪਣੇ ਕੋਲ ਆਪਾਂ ਅੱਗੇ ਕੈਲੀਬ੍ਰੇਟ ਕੀਤਾ ਸਕੇਲ, ਉੱਥੇ ਆਪਾਂ ਸ਼ੋਅ ਕਰ ਦੇਣਾ ਵੀ ਇੰਨੀ ਜਿਹੜੀ ਚੀਜ਼ ਆ ਪੋਜ਼ਿਟਿਵ ਜਾਂ ਨੈਗੇਟਿਵ ਵਾਲੀ ਸਾਈਡ ਨੂੰ ਡਿਸਪਲੇਸ ਹੋਈ ਆ। ਸਿਮਿਲਰਲੀ ਮੇਰੇ ਕੋਲ ਆ ਹੁਣ ਆ ਜਾਣਾ ਕੇਸ 3 ਆ ਗਿਆ ਮੇਰੇ ਕੋਲ, ਠੀਕ ਆ। ਕੇਸ 3 ਦੇ ਵਿੱਚ ਕੀ ਹੋਇਆ, ਐਕਸਟਰਨਲ ਫੋਰਸ ਮੈਂ ਕਿੱਧਰ ਨੂੰ ਅਪਲਾਈ ਕੀਤੀ ਆ, ਰਾਈਟ ਹੈਂਡ ਸਾਈਡ ਨੂੰ ਕੀਤੀ ਆ ਮੈਂ, ਠੀਕ ਆ। ਸੋ ਆਹ ਕੇਸ ਆਪਣੇ ਕੋਲ 3 ਆ, ਦੇਖੋ ਕਿੱਥੇ ਕੀਤਾ, ਰਾਈਟ ਹੈਂਡ ਸਾਈਡ ਨੂੰ ਮੂਵ ਕੀਤਾ, ਠੀਕ ਆ। ਸੋ ਰਾਈਟ ਹੈਂਡ ਸਾਈਡ ਨੂੰ ਜਦੋਂ ਮੈਂ ਇਹਨੂੰ ਰਾਈਟ ਹੈਂਡ ਸਾਈਡ ਨੂੰ ਮੂਵ ਕਰੂੰਗਾ ਉਸ ਟਾਈਮ 'ਤੇ ਕੀ ਹੋਣਾ, ਜਿਹੜੀ ਸੈਕੰਡਰੀ S2 ਆ ਉਹਦੇ ਨਾਲ ਲਿੰਕ ਵੱਧ ਜਾਣਾ, ਤੇ ਸੈਕੰਡਰੀ S1 ਦੇ ਨਾਲ ਲਿੰਕ ਜਿਹੜਾ ਹੋਣਾ ਉਹ ਘਟ ਜਾਣਾ। ਹੁਣ ਸੈਕੰਡਰੀ 2 ਦੇ ਵਿੱਚ ਜਿਹੜੀ EMF ਇੰਡਿਊਸ ਹੋਣੀ ਆ ਉਹ ਜ਼ਿਆਦਾ ਹੋ ਜਾਣੀ ਆ, ਤੇ S1 ਜਿਹੜੀ ਹੋਣੀ ਆ ਉਹਦੇ ਵਿੱਚ ਕੀ ਹੋਣਾ, ਘਟ ਜਾਣੀ ਆ, ਜਿਹਦੇ ਕਰਕੇ ਕੀ ਹੋਣਾ, ਜਿਹੜੀ ਮੇਰੀ ਓਵਰਆਲ ਰਿਜ਼ਲਟੈਂਟ ਆਉਣੀ ਆ ਵੋਲਟੇਜ ਉਹ ਕਿਹਦੇ ਇਕੁਅਲ ਆਉਣੀ ਆ, E ਸੈਕੰਡਰੀ 2 - E ਸੈਕੰਡਰੀ 1, ਠੀਕ ਆ। ਸੋ ਉਹਦੇ ਕਰਕੇ ਮੈਨੂੰ ਪਤਾ ਲੱਗ ਜਾਣਾ ਕਿ ਜਿਹੜੀ ਕਿੰਨੀ ਚੀਜ਼ ਮੇਰੀ ਆ ਜਾਂ ਥਿੰਗ ਜਿਹੜੀ ਆ ਕੋਈ ਵੀ ਆਪਣੀ ਜਗ੍ਹਾ ਤੋਂ ਡਿਸਪਲੇਸ ਹੋਈ ਆ, ਠੀਕ ਹੈ। ਸੋ ਇੱਦਾਂ ਆਪਾਂ LVDT ਜਿਹੜੀ ਹੁੰਦੀ ਹੈ ਇਹਦੇ ਤੋਂ ਆਪਾਂ ਅਲੱਗ-ਅਲੱਗ ਕੇਸਿਸ ਸਟੱਡੀ ਕੀਤੇ ਆ, ਜਿਹਦੇ ਵਿੱਚ ਆਪਾਂ ਨੂੰ ਪਤਾ ਲੱਗਾ ਕਿ ਜਿਹੜਾ ਆਊਟਪੁੱਟ ਆਉਣੀ ਉਹ ਡਿਫਰੈਂਸ ਹੋਣਾ ਆ ਆਪਣੇ ਕੋਲ ਸੈਕੰਡਰੀ 1 ਤੇ ਸੈਕੰਡਰੀ 2 ਦੀ ਵੋਲਟੇਜ ਦਾ। ਸੋ ਉਹਦੇ ਵੋਲਟੇਜ ਦੇ ਜਿਹੜਾ ਡਿਫਰੈਂਸ ਆ ਉਹਦੇ ਅਕੋਰਡਿੰਗ ਆਪਾਂ ਨੂੰ ਕੀ ਆ, ਰੀਡਿੰਗ ਜਿਹੜੀ ਹੈ ਸ਼ੋ ਹੋ ਜਾਣੀ ਹੈ ਕਿ ਇੰਨੀ ਚੀਜ਼ ਜਿਹੜੀ ਆ ਉਹ ਆਪਣੀ ਜਗ੍ਹਾ ਤੋਂ ਡਿਸਪਲੇਸ ਹੋਈ ਆ, ਕਿਉਂਕਿ ਵੋਲਟੇਜ ਦੇ ਹਿਸਾਬ ਨਾਲ ਆਪਾਂ ਕੀ ਆ, ਸਕੇਲ ਜਿਹੜਾ ਹੁੰਦਾ ਉਹਨੂੰ ਕੈਲੀਬ੍ਰੇਟ ਕੀਤਾ ਹੁੰਦਾ, ਔਰ ਦਿਖਾਉਣੀ ਉਹਨੇ ਲੈਂਥ ਹੀ ਆ, ਜਿਹੜਾ ਸਕੇਲ ਹੋਊਗਾ ਲੈਂਥ ਹੀ ਦਿਖਾਊਗਾ, ਬਟ ਉਹ ਕੈਲੀਬ੍ਰੇਟ ਕਿਹਦੇ ਨਾਲ ਕੀਤਾ, ਆਪਾਂ ਵੋਲਟੇਜ ਦੇ ਹਿਸਾਬ ਨਾਲ ਕੈਲੀਬ੍ਰੇਟ ਕੀਤਾ ਹੋਇਆ। ਸਿਮਿਲਰਲੀ ਲਾਈਕ ਜਿੱਦਾਂ ਮੰਨ ਲਓ ਆਪਾਂ ਵੇਟ ਮੇਅਰ ਕਰਦੇ ਹਾਂ, ਤਾਂ ਉਹ ਜਿਹੜਾ ਵੇਟ ਮੇਅਰ ਹੋ ਰਿਹਾ ਉਹ ਡਿਸਪਲੇ ਆਪਾਂ ਨੂੰ ਕੀ ਹੈ, ਵੇਟ ਹੋ ਰਿਹਾ, ਬਟ ਐਕਚੁਅਲ ਦੇ ਵਿੱਚੋਂ ਕੀ ਹੈ, ਇਲੈਕਟ੍ਰੀਕਲ ਸਿਗਨਲ ਹੀ ਹੈ ਜਿਹਨੂੰ ਆਪਾਂ ਕੈਲੀਬ੍ਰੇਟ ਕੀਤਾ ਹੋਇਆ ਵੇਟ ਦੇ ਹਿਸਾਬ ਨਾਲ, ਠੀਕ ਹੈ। ਸੋ ਇੱਦਾਂ ਜਿਹੜਾ ਹੁੰਦਾ ਇਹ LVDT ਕੰਮ ਕਰਦਾ, ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟਰਾਂਸਡਿਊਸਰ, ਕਿ ਜਿੰਨੀ ਇਹਦੀ ਮੂਵਮੈਂਟ ਹੋਗੀ ਉਸ ਹਿਸਾਬ ਨਾਲ ਜਿਹੜੀ ਸੈਕੰਡਰੀ ਕੋਇਲ S1 ਤੇ S2 ਆ ਉਹਦੇ ਵਿੱਚ EMF ਇੰਡਿਊਸ ਹੋਊਗੀ। ਜੇ ਲੈਫਟ ਨੂੰ ਜ਼ਿਆਦਾ ਮੂਵ ਕਰ ਗਈ ਹੈ ਤਾਂ S1 ਨਾਲ ਲਿੰਕ ਵੱਧ ਜਾਣਾ, S2 ਨਾਲ ਘਟ ਜਾਣਾ, ਜਿਹਦੇ ਕਰਕੇ ਕੀ ਹੈ, ਦੋਨਾਂ ਦੇ ਵਿੱਚ ਡਿਫਰੈਂਸ ਆ ਜਾਣਾ। ਉਹੀ ਡਿਫਰੈਂਸ ਜਿਹੜਾ ਆਪਾਂ ਅੱਗੇ ਸ਼ੋਅ ਕਰ ਦੇਣਾ ਆਪਣੇ ਡਿਸਪਲੇ ਦੇ ਉੱਪਰ। ਸੋ ਜੇ ਐਡਵਾਂਟੇਜ ਦੀ ਗੱਲ ਕਰੀਏ ਤਾਂ ਦੇਖੋ ਆ ਸਾਰੇ ਐਡਵਾਂਟੇਜਸ ਨੇ ਇਹਦੇ ਵਿੱਚ, ਠੀਕ ਹੈ। ਫਸਟ ਕਿ ਇਨਫਾਈਨਾਈਟ ਰੈਜ਼ੋਲੂਸ਼ਨ ਇਨ
ਇਜ਼ ਪ੍ਰੈਜ਼ੈਂਟ ਇਨ, ਯਾਨੀ ਕਿ ਰੈਜ਼ੋਲੂਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਇਹਦੀ, ਆਊਟਪੁੱਟ ਵੀ ਕਾਫੀ ਹੁੰਦੀ ਆ, ਸੈਂਸਿਟਿਵ ਵੀ ਬਹੁਤ ਹੁੰਦਾ, ਬਿਕੋਜ਼ ਮੈਗਨੈਟਿਕ ਫੀਲਡ ਥੋੜ੍ਹਾ ਜਿਹਾ ਵੀ ਡਿਸਪਲੇਸ ਹੋਇਆ ਆਪਣੀ ਜਗ੍ਹਾ ਤੋਂ ਤਾਂ ਉਹ ਸੈਂਸ ਹੋ ਜਾਣਾ। ਬਾਕੀ ਲੀਨੀਅਰਟੀ ਅੱਛੀ ਹੁੰਦੀ ਹੈ ਇਹਦੀ, ਆ ਦੇਖੋ ਗ੍ਰਾਫ ਦੇ ਵਿੱਚ ਲੀਨੀਅਰਟੀ ਦੱਸੀ ਵੀ ਹੋਈ ਹੈ, ਬਿਲਕੁਲ ਸਟੇਟ ਜਿਹੜਾ ਹੁੰਦਾ ਇਹਦਾ ਗ੍ਰਾਫ ਹੁੰਦਾ, ਕੋਈ ਵੀ ਵੇਰੀਏਸ਼ਨ ਨਹੀਂ ਹੁੰਦੀ ਇਹਦੇ ਵਿੱਚ, ਯਾਨੀ ਕਿ ਆਈ ਸਕੇਅਰ ਦੇ ਪ੍ਰਪੋਰਸ਼ਨਲ ਨਹੀਂ ਹੁੰਦਾ ਇਹ, ਪੂਰਾ ਲੀਨੀਅਰ ਜਿਹੜਾ ਹੁੰਦਾ, ਯਾਨੀ ਕਿ ਕਹਿ ਲਓ ਸਿਸਟਮ ਨੌਨ ਲੀਨੀਅਰ ਨਹੀਂ ਹੁੰਦਾ, ਇਹ ਲੀਨੀਅਰ ਸਿਸਟਮ ਹੁੰਦਾ। ਰਗਡਨੈਸ ਯਾਨੀ ਕਿ ਪੂਰਾ ਵਧੀਆ ਇਹਦੀ ਜਿਹੜੀ ਕੰਸਟਰਕਸ਼ਨ ਹੁੰਦੀ, ਸੋਲਿਡਿਟੀ ਹੁੰਦੀ ਹੈ ਪੂਰੀ ਇਹਦੀ। ਬਾਕੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਫ੍ਰਿਕਸ਼ਨ ਜ਼ਿਆਦਾ ਨਹੀਂ ਹੁੰਦੀ, ਹੈ ਤਾਂ ਦੇਖੋ ਮਕੈਨੀਕਲ ਪਾਰਟ ਆ ਇਹਨੇ ਅੱਗੇ ਪਿੱਛੇ ਮੂਵ ਕਰਨਾ, ਬਟ ਇਹਦੇ ਵਿੱਚ ਫ੍ਰਿਕਸ਼ਨ ਜਿਹੜੀ ਹੁੰਦੀ ਬਹੁਤ ਘੱਟ ਹੁੰਦੀ ਆ। ਬਾਕੀ ਕੋਰ ਛੋਟੀ ਹੋਣ ਕਰਕੇ ਕੀ ਹੈ, ਇਹਦੇ ਹਿਸਟੈਰਿਸਿਸ ਲਾਸ ਵੀ ਘੱਟ ਹੁੰਦੇ ਆ, ਅਤੇ ਜਿਹੜੀ ਪਾਵਰ ਕੰਜ਼ੰਪਸ਼ਨ ਹੁੰਦੀ ਆ LVDT ਦੀ ਉਹ ਵੀ ਘੱਟ ਹੁੰਦੀ ਆ। ਜੇ ਡਿਸਐਡਵਾਂਟੇਜ ਦੀ ਗੱਲ ਕਰੀਏ ਤਾਂ ਕੀ ਆ, ਜੇ ਆਪਾਂ ਉਹਨੂੰ ਜ਼ਿਆਦਾ ਡਿਸਪਲੇਸਮੈਂਟ ਮੰਨ ਲਓ ਆਪਾਂ ਮੇਅਰ ਕਰਨੀ ਆ, ਤਾਂ ਉਹਦੇ ਵਾਸਤੇ ਕੀ ਆ, ਵੋਲਟੇਜ ਵੀ ਜਿਹੜੀ ਜਨਰੇਟ ਆ ਉਹ ਜ਼ਿਆਦਾ ਹੋਣੀ ਚਾਹੀਦੀ। ਸੋ ਵੈਰੀ ਹਾਈ ਡਿਸਪਲੇਸਮੈਂਟ ਇਜ਼ ਰਿਕੁਆਇਰਡ ਫॉर ਜਨਰੇਟਿੰਗ ਹਾਈ ਵੋਲਟੇजेस, ਠੀਕ ਹੈ, ਯਾਨੀ ਕਿ ਜੇ ਜ਼ਿਆਦਾ ਵੋਲਟੇਜ ਜਨਰੇਟ ਕਰਨੀ ਆ ਤਾਂ ਡਿਸਪਲੇਸਮੈਂਟ ਵੀ ਆਪਣੀ ਆ ਜਿਹੜੀ ਜ਼ਿਆਦਾ ਹੋਣੀ ਚਾਹੀਦੀ ਆ। ਬਾਕੀ ਸ਼ੀਲਡਿੰਗ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ, ਕਿਉਂਕਿ ਦੇਖੋ ਜੇ ਆਪਣੇ ਕੋਲ ਸਾਰਾ ਮੈਗਨੈਟਿਕ ਫੀਲਡ ਹੀ ਆ ਨਾ ਇੱਥੇ ਕੰਮ ਕਰਦਾ, ਸੋ ਪ੍ਰਾਇਮਰੀ ਕੋਇਲ ਜਿਹੜੀ ਹੈ ਇਹ ਤੋਂ ਡਾਇਰੈਕਟ ਸੈਕੰਡਰੀ ਦੇ ਵਿੱਚ EMF ਨਹੀਂ ਇੰਡਿਊਸ ਹੋਣੀ ਚਾਹੀਦੀ, ਉਹ ਕੋਰ ਦੇ ਥਰੂ ਹੀ ਹੋਣੀ ਚਾਹੀਦੀ ਆ। ਇਸ ਕਰਕੇ ਇੱਥੇ ਕੀ ਆ, ਆਪਾਂ ਨੂੰ ਸ਼ੀਲਡਿੰਗ ਜਿਹੜੀ ਆ ਰਿਕੁਆਇਰਡ ਆ, ਕਿਉਂਕਿ ਬੜਾ ਮੈਗਨੈਟਿਕ ਫੀਲਡ ਹੋਣ ਕਰਕੇ ਬੜਾ ਸੈਂਸਿਟਿਵ ਇਕਵਿਪਮੈਂਟ ਹੁੰਦਾ ਹੈ। ਬਾਕੀ ਜਿਹੜੀ ਪਰਫਾਰਮੈਂਸ ਹੁੰਦੀ ਹੈ ਵਾਈਬ੍ਰੇਸ਼ਨ ਨਾਲ ਇਫੈਕਟ ਹੋ ਸਕਦੀ, ਮੰਨ ਲਓ ਜੇ ਕਿਤੇ ਇੱਦਾਂ ਦੀ ਜਗ੍ਹਾ 'ਤੇ ਰੱਖੇ ਤੇ ਵਾਈਬ੍ਰੇਸ਼ਨ ਆ ਤਾਂ ਜਿਹੜੀ ਇਹਦੀ ਕੋਰ ਆ ਆਪਣੇ ਆਪ ਅੱਗੇ ਪਿੱਛੇ ਜਾਂ ਉੱਪਰ ਥੱਲੇ ਮੂਵ ਹੋ ਸਕਦੀ ਹੈ, ਜਿਹਦੇ ਕਰਕੇ ਵਰਕਿੰਗ 'ਤੇ ਇਫੈਕਟ ਪੈਣਾ, ਠੀਕ ਹੈ। ਬਾਕੀ ਜੇ ਟੈਂਪਰੇਚਰ ਚੇਂਜ ਆ ਗਿਆ ਉਹਦੇ ਨਾਲ ਵੀ ਕੀ ਹੈ, ਇਹਦੀ ਵਰਕਿੰਗ ਦੇ ਉੱਪਰ ਬਹੁਤ ਇਫੈਕਟ ਪੈਂਦਾ LVDT ਦੀ ਵਰਕਿੰਗ ਦੇ ਉੱਪਰ। ਬਾਕੀ ਐਪਲੀਕੇਸ਼ਨਸ ਦੀ ਗੱਲ ਕਰੀਏ ਤਾਂ ਜਿਹੜੀ LVDT ਹੁੰਦਾ ਹੈ ਇਹਨੂੰ ਆਪਾਂ ਮਿਲੀਮੀਟਰ ਤੋਂ ਲੈ ਕੇ ਸੈਂਟੀਮੀਟਰ ਤੱਕ ਦੀ ਡਿਸਪਲੇਸਮੈਂਟ ਜਿਹੜੀ ਹੁੰਦੀ ਆ ਉਹਨੂੰ ਮੇਅਰ ਕਰਨ ਵਾਸਤੇ ਯੂਜ਼ ਕਰ ਸਕਦੇ, ਜਿਹੜੀ ਕਿ ਬਹੁਤ ਵਧੀਆ, ਯਾਨੀ ਕਿ MM ਦੇ ਵਿੱਚ ਵੀ ਜੇ ਕੋਈ ਡਿਸਪਲੇਸ ਹੋਈ ਹੈ ਚੀਜ਼ ਉਹਨੂੰ ਵੀ ਈਜ਼ੀਲੀ ਮੇਅਰ ਕਰ ਸਕਦੇ ਹਾਂ ਆਪਾਂ, ਠੀਕ ਹੈ। ਸੈਕਿੰਡ ਕੀ ਹੈ, ਐਕਟਿੰਗ ਐਜ਼ ਅ ਸੈਕੰਡਰੀ ਟ੍ਰਾਂਸਡਿਊਸਰ, LVDT ਕੈਨ ਬੀ ਯੂਜ਼ਡ ਐਜ਼ ਅ ਡਿਵਾਈਸ ਟੂ ਮੇਅਰ ਫੋਰਸ, ਵੇਟ ਐਂਡ ਪ੍ਰੈਸ਼ਰ। ਸੋ ਵੇਟ, ਫੋਰਸ ਜਾਂ ਪ੍ਰੈਸ਼ਰ ਵੀ ਆਪਾਂ ਇਹਦੇ ਨਾਲ ਮੇਅਰ ਕਰ ਸਕਦੇ, ਬਟ ਘੱਟ ਵੇਟ ਮੇਅਰ ਕਰ ਸਕਦੇ ਹਾਂ, ਠੀਕ ਆ। ਬਟ ਮੇਨ ਜਿਹੜਾ ਇਹਦਾ ਐਪਲੀਕੇਸ਼ਨ ਸਭ ਤੋਂ ਮੇਨ ਆ ਉਹ ਇਹ ਆ ਕਿ ਇਹਨੂੰ ਆਪਾਂ ਡਿਸਪਲੇਸਮੈਂਟ ਮੇਅਰ ਕਰਨ ਵਾਸਤੇ ਯੂਜ਼ ਕਰ ਸਕਦੇ ਹਾਂ ਇਨ ਦਾ ਆਰਡਰ ਆਫ ਮਿਲੀਮੀਟਰ ਟੂ ਸੈਂਟੀਮੀਟਰ। ਸੋ ਇਹ ਸੀਗਾ LVDT ਬਹੁਤ ਇੰਪੋਰਟੈਂਟ ਆ, ਇਹਨੂੰ ਜ਼ਰੂਰ ਆਪਣੇ ਨਾ ਤੁਸੀਂ ਮਾਈਂਡ ਦੇ ਵਿੱਚ ਰੱਖਿਓ। ਲੀਨੀਅਰ ਵੇਰੀਏਬਲ ਡਿਫਰੈਂਸ਼ੀਅਲ ਟ੍ਰਾਂਸਡਿਊਸਰ, ਸੋ ਇਹ ਇੰਡਕਟਿਵ ਟ੍ਰਾਂਸਡਿਊਸਰ ਸੀਗਾ ਆਪਣੇ ਕੋਲ। ਨੈਕਸਟ ਆਪਾਂ ਪੜ੍ਹਨਾ ਫੋਟੋ ਇਲੈਕਟ੍ਰਿਕ ਟ੍ਰਾਂਸਡਿਊਸਰ, ਠੀਕ ਆ। ਸੋ ਆਹ ਡਾਇਗਰਾਮ ਦੇਖੋ, ਇੱਕ ਫੋਟੋ ਇਲੈਕਟ੍ਰਿਕ ਟ੍ਰਾਂਸਡਿਊਸਰ ਹੈ, ਸਰਕਟ ਦੇ ਵਿੱਚ ਲਗਾ ਕੇ ਦਿਖਾਇਆ ਹੋਇਆ ਆਪਾਂ। ਸੋ ਫੋਟੋ ਇਲੈਕਟ੍ਰਿਕ ਟ੍ਰਾਂਸਡਿਊਸਰ ਕੀ ਕਰਦੇ ਆ, ਲਾਈਟ એનર્ਜੀ ਨੂੰ ਇਲੈਕਟ੍ਰੀਕਲ એનર્ਜੀ ਦੇ ਵਿੱਚ ਕਨਵਰਟ ਕਰਦੇ ਆ, ਤੇ ਇਹ ਕਿਹਦੇ ਬਣੇ ਹੁੰਦੇ ਆ, ਸੈਮੀਕੰਡਕਟਰ ਮਟੀਰੀਅਲ ਦੇ ਬਣੇ ਹੁੰਦੇ ਆ। ਜਿੱਦਾਂ ਕਿ ਆ ਦੇਖੋ ਇਹਦੇ ਵਿੱਚ ਕੈਥੋਡ ਲੱਗਾ, ਜਿੱਦਾਂ ਤੁਹਾਨੂੰ ਯਾਦ ਹੋਵੇ ਤਾਂ ਆਪਾਂ ਜਿਹੜਾ ਆਪਣੇ ਕੋਲ CRO ਦਾ ਟੌਪਿਕ ਪੜ੍ਹਿਆ ਸੀ ਉਹਦੇ 'ਚ ਆਪਾਂ ਕੈਥੋਡ ਰੇ ਟਿਊਬ ਪੜ੍ਹੀ ਸੀ। ਉਹ ਕੈਥੋਡ ਰੇ ਟਿਊਬ 'ਚ ਕੀ ਹੁੰਦਾ ਸੀਗਾ ਕਿ ਆਪਣੇ ਕੋਲ ਜਿਹੜਾ ਉਹਦੀ ਬੈਕ ਸਾਈਡ ਹੁੰਦੀ ਸੀ ਉੱਥੇ ਇੱਕ ਹੀਟਰ ਲੱਗਾ ਹੁੰਦਾ ਸੀ, ਉਹ ਹੀਟਰ ਜਦੋਂ ਹੀਟ ਹੁੰਦਾ ਸੀਗਾ ਤਾਂ ਕੈਥੋਡ ਦੇ ਉੱਪਰ ਕੈਥੋਡ ਨੂੰ ਹੀਟ ਕਰ ਦਿੰਦਾ ਸੀ। ਜਦੋਂ ਕੈਥੋਡ ਹੀਟ ਹੁੰਦਾ ਸੀ ਤਾਂ ਇਲੈਕਟ੍ਰੋਨ ਇਮਿਟ ਕਰਦਾ ਸੀ ਉਹ, ਠੀਕ ਆ। ਉਹ ਇਲੈਕਟ੍ਰੋਨ ਕੀ ਹੁੰਦੇ ਸੀਗੇ, ਉਹ ਇੱਕ ਪਰਟੀਕੂਲਰ ਬੀਮ ਦੇ ਵਿੱਚ ਜਾ ਕੇ ਡਿਸਪਲੇ ਦੇ ਉੱਪਰ ਸਟ੍ਰਾਈਕ ਕਰਦੇ ਸੀ, ਠੀਕ ਆ। ਸੋ ਉਹਦਾ ਮਤਲਬ ਕੀ ਹੈ ਕਿ ਕੈਥੋਡ ਜਦੋਂ ਆਪਾਂ ਹੀਟ ਅਪ ਹੁੰਦਾ ਤਾਂ ਉਹ ਕੀ ਕਰਦਾ, ਇਲੈਕਟ੍ਰੋਨਸ ਨੂੰ ਪ੍ਰੋਡਿਊਸ ਕਰਦਾ, ਓਕੇ। ਸੋ ਉਹੀ ਇੱਥੇ ਆ ਦੇਖੋ ਆਪਾਂ ਕੈਥੋਡ ਯੂਜ਼ ਕੀਤਾ ਹੋਇਆ, ਠੀਕ ਹੈ, ਜਿਹੜਾ ਜਦੋਂ ਹੀਟ ਅਪ ਹੋਊਗਾ, ਜਿੱਤੇ ਲਾਈਟ ਪਊਗੀ, ਜਦੋਂ ਤੇ ਇਹਨੇ ਇਲੈਕਟ੍ਰੋਨ ਇਮਿਟ ਕਰਨੇ ਆ ਤਾਂ ਉਹ ਇਲੈਕਟ੍ਰੋਨ ਜਿਹੜੇ ਇਮਿਟ ਹੋਏ ਆ ਉਹ ਲਾਈਟ ਦੀ ਫਾਰਮ ਦੇ ਵਿੱਚ ਆਪਾਂ ਨੂੰ ਦਿਖਣੇ ਆ, ਠੀਕ ਆ। ਬਟ ਉਹ ਦਿਖਣਗੇ ਤਾਂ ਹੀ ਜੇ ਆਪਾਂ ਉਹਨੂੰ ਇੱਕ ਪਰਟੀਕੂਲਰ ਗਲਾਸ ਜਾਂ ਐਨਵੈਲਪ ਦੇ ਵਿੱਚ ਰੱਖਿਆ ਹੋਊਗਾ, ਵੈਕਿਊਮ ਸੀਲ ਐਨਵੈਲਪ 'ਚ, ਠੀਕ ਹੈ। ਸੋ ਇਸ ਕਰਕੇ CRT ਵੀ ਵੈਕਿਊਮ ਸੀਲ ਹੁੰਦੀ ਆ, ਵੀ ਆ ਦੇਖੋ ਇਹ ਵੈਕਿਊਮ ਸੀਲ ਆ। ਸੋ ਇਹ ਕੀ ਹੁੰਦਾ, ਸੈਮੀਕੰਡਕਟਰ ਮਟੀਰੀਅਲ ਦਾ ਬਣਿਆ ਹੁੰਦਾ। ਦਾ ਫੋਟੋ ਇਲੈਕਟ੍ਰਿਕ ਟ੍ਰਾਂਸਡਿਊਸਰ ਯੂਜ਼ਸ ਦਾ ਫੋਟੋ ਸੈਂਸਿਟਿਵ ਐਲੀਮੈਂਟ ਵਿਚ ਇਜੈਕਟ ਦਾ ਇਲੈਕਟ੍ਰੋਨ ਵੈਨ ਬੀਮ ਆਫ ਲਾਈਟ ਐਬਜ਼ੋਰਬਸ ਥਰੂ ਇਟ, ਯਾਨੀ ਕਿ ਇਹਦੇ ਵਿੱਚ ਆਪਾਂ ਕੀ ਫੋਟੋ ਸੈਂਸਿਟਿਵ ਐਲੀਮੈਂਟ ਯੂਜ਼ ਕਰਦੇ ਆ। ਜਦੋਂ ਵੀ ਜਿਹਨੇ ਫੋਟੋ ਸੈਂਸਿਟਿਵ ਐਲੀਮੈਂਟ ਉਹ ਹੁੰਦਾ ਕਿ ਜਦੋਂ ਵੀ ਉਹ ਲਾਈਟ ਨੂੰ ਐਬਜ਼ੋਰਬ ਕਰਦਾ ਤਾਂ ਇਲੈਕਟ੍ਰੋਨ ਨੂੰ ਜਾਂ ਇਲੈਕਟ੍ਰੋਨ ਦੀ ਬੀਮ ਨੂੰ ਐਮਿਟ ਕਰਨਾ ਸਟਾਰਟ ਕਰ ਦਿੰਦਾ। ਸੋ ਦਾ ਡਿਸਚਾਰਜ ਆਫ ਇਲੈਕਟ੍ਰੋਨ ਵੇਰੀ ਦਾ ਪ੍ਰੋਪਰਟੀ ਆਫ ਫੋਟੋ ਸੈਂਸਿਟਿਵ ਐਲੀਮੈਂਟ, ਠੀਕ ਹੈ। ਹੈਂਸ ਦਾ ਕਰੰਟ ਇੰਡਿਊਸਿਸ ਇਨ ਦਾ ਡਿਵਾਈਸ ਦਾ ਮੈਗਨੀਟਿਊਡ ਆਫ ਕਰੰਟ ਇਕੁਅਲ ਟੂ ਦਾ ਟੋਟਲ ਲਾਈਟ ਐਬਜ਼ੋਰਬ, ਯਾਨੀ ਕਿ ਜਿੰਨਾ ਆਪਾਂ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਆ ਜਿਹੜਾ ਆਪਣਾ ਕਰੰਟ ਪ੍ਰੋਡਿਊਸ ਹੁੰਦਾ ਹੈ ਇਸ ਡਿਵਾਈਸ ਫੋਟੋ ਇਲੈਕਟ੍ਰਿਕ ਟ੍ਰਾਂਸਡਿਊਸਰ ਦੇ ਵਿੱਚ, ਉਹ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਹੁੰਦਾ ਹੈ ਵੀ ਕਿੰਨੀ ਲਾਈਟ ਐਬਜ਼ੋਰਬ ਹੋਈ ਹੈ। ਜਿੰਨੀ ਜ਼ਿਆਦਾ ਲਾਈਟ ਐਬਜ਼ੋਰਬ ਕਰੂਗਾ ਆਪਣਾ ਫੋਟੋ ਸੈਂਸਿਟਿਵ ਐਲੀਮੈਂਟ, ਉਨੀ ਜ਼ਿਆਦਾ ਕੀ ਆ ਉਹ એનર્ਜੀ ਪ੍ਰੋਡਿਊਸ ਕਰੂਗਾ ਜਾਂ ਲਾਈਟ ਪ੍ਰੋਡਿਊਸ ਕਰੂਗਾ। ਦ ਫੋਟੋ ਇਲੈਕਟ੍ਰਿਕ ਟ੍ਰਾਂਸਡਿਊਸਰ ਐਬਜ਼ੋਰਬ ਦਾ ਰੇਡੀਏਸ਼ਨ ਆਫ ਲਾਈਟ ਵਿਚ ਫਾਲਸ ਇਨ ਦਾ ਸੈਮੀਕੰਡਕਟਰ, ਯਾਨੀ ਕਿ ਇਹ ਕੀ ਕਰਦਾ, ਲਾਈਟ ਜਿਹੜੀ ਹੁੰਦੀ ਉਹਨੂੰ ਐਬਜ਼ੋਰਬ ਕਰ ਲੈਂਦਾ, ਜਿਸ ਤੋਂ ਬਾਅਦ ਕੀ ਕਰਦਾ ਇਹ ਆਪਣੇ ਕੋਲ ਲਾਈਟ ਜਿਹੜੀ ਹੁੰਦੀ ਹੈ ਉਹਨੂੰ ਪ੍ਰੋਡਿਊਸ ਕਰਦਾ, ਸੌਰੀ ਇਲੈਕਟ੍ਰੋਨਸ ਜਿਹੜੇ ਹੁੰਦੇ ਉਹਨਾਂ ਨੂੰ ਐਮਿਟ ਕਰਦਾ। ਦ ਐਬਜ਼ੋਰਪਸ਼ਨ ਆਫ ਲਾਈਟ ਐਨਰਜਾਈਜ਼ ਦ ਇਲੈਕਟ੍ਰੋਨ ਆਫ ਦਾ ਮਟੀਰੀਅਲ, ਯਾਨੀ ਕਿ ਜਦੋਂ ਵੀ ਆਪਾਂ ਲਾਈਟ ਨੂੰ ਐਬਜ਼ੋਰਬ ਕਰਦਾ ਇਲੈਕਟ੍ਰੋਨਸ ਜਿਹੜੇ ਹੁੰਦੇ ਆ ਮਿਟੇ, ਉਹ ਤਾਂ ਆਪਾਂ ਨੂੰ ਦੱਸੇਗਾ ਤੁਹਾਨੂੰ ਕਿ ਕੈਥੋਡ ਹੁੰਦਾ ਇਹਦੇ ਵਿੱਚ, ਜਿਹਦੇ ਵਿੱਚ ਕੀ ਹੈ ਜਦੋਂ ਵੀ ਲਾਈਟ ਐਬਜ਼ੋਰਬ ਕਰਦਾ ਇਹ ਤਾਂ ਜਿਹੜੇ ਆਪਣੇ ਇਲੈਕਟ੍ਰੋਨਸ ਹੁੰਦੇ ਉਹ ਆਪਣੀ ਜਗ੍ਹਾ ਤੋਂ ਮੂਵ ਹੋਣੇ ਸਟਾਰਟ ਹੋ ਜਾਂਦੇ। ਸੋ ਜਿਹੜੀ ਉਹ ਮੂਵਮੈਂਟ ਹੁੰਦੀ ਆ ਉਹਦੇ ਕਰਕੇ ਕੀ ਹੁੰਦਾ, ਆਪਣੇ ਜਿਹੜੇ ਉਹ ਇਲੈਕਟ੍ਰੋਨ ਹੁੰਦੇ ਆ ਫਲੋ ਹੋਣੇ ਸਟਾਰਟ ਹੁੰਦੇ ਆ, ਅਤੇ ਇਲੈਕਟ੍ਰੋਨ ਦਾ ਜਿਹੜਾ ਫਲੋ ਹੁੰਦਾ ਆ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ ਕਿ ਇਲੈਕਟ੍ਰਿਕ ਕਰੰਟ ਆ, ਠੀਕ ਆ। ਇਲੈਕਟ੍ਰਿਕ ਕਰੰਟ ਐਕਚੁਅਲ ਦੇ ਵਿੱਚ ਕੀ ਹੁੰਦਾ, ਫਲੋ ਆਫ ਇਲੈਕਟ੍ਰੋਨ ਹੀ ਹੁੰਦਾ। ਸੋ ਦਾ ਮੋਬਿਲਿਟੀ ਆਫ ਇਲੈਕਟ੍ਰੋਨ ਪ੍ਰੋਡਿਊਸਿਸ ਵਨ ਆਫ ਦਾ 3 ਫੈਕਟਰ, ਯਾਨੀ ਕਿ ਜਿਹੜੇ ਇਲੈਕਟ੍ਰੋਨ ਮੂਵ ਹੋਏ ਆ ਆਪਣੀ ਜਗ੍ਹਾ ਤੋਂ, ਮੋਬਿਲਿਟੀ ਹੋਈ ਹੈ ਜਿਹੜੀ ਉਹਨਾਂ ਦੀ, ਉਹ
ਜਿਹੜਾ ਇਹਨਾਂ ਤਿੰਨਾਂ ਚੋਂ ਕੋਈ ਇੱਕ ਚੀਜ਼ ਜਿਹੜੀ ਆ ਪ੍ਰੋਡਿਊਸ ਕਰੂਗੀ, ਜਾਂ ਤਾਂ ਉਹ ਰੈਜ਼ਿਸਟੈਂਸ ਮਟੀਰੀਅਲ ਦੀ ਚੇਂਜ ਕਰੂਗੀ, ਜਾਂ ਆਊਟਪੁੱਟ ਕਰੰਟ ਨੂੰ ਚੇਂਜ ਕਰੂਗਾ, ਠੀਕ ਆ, ਜਾਂ ਫਿਰ ਕੀ ਆ ਵੋਲਟੇਜ ਔਰ ਸੈਮੀਕੰਡਕਟਰ ਚੇਂਜਸ, ਯਾਨੀ ਕਿ ਸੈਮੀਕੰਡਕਟਰ ਦੀ ਜਾਂ ਵੋਲਟੇਜ ਚੇਂਜ ਹੋ, ਤਿੰਨਾਂ ਦੇ ਵਿੱਚੋਂ ਇੱਕ ਚੀਜ਼ ਹੋਊਗਾ। ਇਹ ਹੁੰਦਾ ਆਪਣੇ ਕੋਲ ਕੀ ਹੁੰਦਾ, ਫੋਟੋ ਇਲੈਕਟ੍ਰਿਕ ਟਰਾਂਜ਼ਿਸਟਰ। ਯਾਦ ਰੱਖਿਓ ਕੀ ਕਰਦਾ, ਲਾਈਟ ਐਨਰਜੀ ਨੂੰ ਕੀ ਕਰਦਾ, ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰਦਾ ਹੈ, ਠੀਕ ਆ। ਜਦੋਂ ਅਸੀਂ LED ਵੀ ਦੇਖਿਆ ਹੋਣਾ ਨਾ, LED ਵੀ ਕੁਛ ਇੱਦਾਂ ਦੀ ਸ਼ੇਪ ਦੇ ਹੁੰਦੇ, ਜਿਹੜੇ ਛੋਟੇ LED ਹੁੰਦੇ ਆ ਆਪਣੇ ਕੋਲ, ਬਟ ਉਹਨਾਂ ਨੂੰ ਆਪਾਂ ਸਪਲਾਈ ਦਿੰਦੇ ਹੁੰਦੇ ਆ, ਠੀਕ ਆ। ਬਟ ਇਹਦੇ ਵਿੱਚ ਉਹ ਚੀਜ਼ ਨਹੀਂ, ਇਹਦੇ ਵਿੱਚ ਜਦੋਂ ਵੀ ਆਪਾਂ ਲਾਈਟ ਦੇ ਵਿੱਚ ਇਹਨੂੰ ਰੱਖਦੇ ਹਾਂ ਫੋਟੋ ਇਲੈਕਟ੍ਰਿਕ ਟਰਾਂਜ਼ਿਸਟਰ ਨੂੰ, ਤੇ ਇਹ ਕੀ ਕਰਦਾ ਅੱਗੇ ਇਲੈਕਟ੍ਰੀਕਲ ਐਨਰਜੀ ਜਿਹੜੀ ਹੁੰਦੀ ਹੈ ਉਹਨੂੰ ਪ੍ਰੋਡਿਊਸ ਕਰਦਾ। ਅੱਜ ਤੇ ਡਾਇਗਰਾਮ 'ਚ ਵੀ ਆ ਦੇਖੋ ਸ਼ੋ ਕੀਤਾ, ਕੈਥੋਡ ਕੀਤਾ, ਉਹਦੇ ਉੱਪਰ ਕੀ ਪਈ ਗਿਆ ਮੇਰੇ ਕੋਲ, ਆ ਲਾਈਟ ਪਈ ਆ, ਠੀਕ ਆ। ਬਾਕੀ ਇਹਦੇ ਵਿੱਚ ਨੋਡ ਵੀ ਦਿੱਤਾ ਹੋਇਆ ਤਾਂ ਕਿ ਜਿਹੜੀ ਇਲੈਕਟ੍ਰਿਸਿਟੀ ਪਾਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਫਲੋ ਕਰੇ। ਨੈਕਸਟ ਆ ਜਾਂਦਾ ਮਤਲਬ ਪੀਜ਼ੋ ਇਲੈਕਟ੍ਰਿਕ ਟਰਾਂਜ਼ਿਸਟਰ, ਠੀਕ ਹੈ। ਸੋ ਪੀਜ਼ੋ ਇਲੈਕਟ੍ਰਿਕ ਜਿਹੜਾ ਹੁੰਦਾ ਇੱਕ ਸਪੈਸ਼ਲ ਮਟੀਰੀਅਲ ਹੁੰਦਾ ਆ, ਜਿਹਨੂੰ ਜਿਹਦੇ ਉੱਪਰ ਜਦੋਂ ਵੀ ਆਪਾਂ ਪ੍ਰੈਸ਼ਰ ਪਾਉਂਦੇ ਆ ਤਾਂ ਆਪਣੇ ਕੋਲ ਕੀ ਹੁੰਦਾ ਆ, ਇੱਕ EMF ਇੰਡਿਊਸ ਹੋ ਜਾਂਦੀ ਹੈ ਉੱਥੇ, ਠੀਕ ਆ। ਸੋ ਇਹ ਜਿਹਦੇ ਵਿੱਚ ਆਪਾਂ ਪੀਜ਼ੋ ਇਲੈਕਟ੍ਰਿਕ ਮਟੀਰੀਅਲ ਯੂਜ਼ ਕਰਾਂਗੇ ਉਹਨੂੰ ਆਪਾਂ ਪੀਜ਼ੋ ਇਲੈਕਟ੍ਰਿਕ ਟਰਾਂਜ਼ਿਸਟਰ ਕਹਿ ਦਿੰਦੇ ਹਾਂ। ਸੋ ਆ ਪੀਜ਼ੋ ਇਲੈਕਟ੍ਰਿਕ ਟਰਾਂਜ਼ਿਸਟਰ ਜਿਹਨੂੰ ਆਪਾਂ ਪੀਜ਼ੋ ਇਲੈਕਟ੍ਰਿਕ ਸੈਂਸਰ ਵੀ ਕਹਿ ਦਿੰਦੇ ਹਾਂ, ਇੱਕ ਉਹ ਡਿਵਾਈਸ ਹੁੰਦੀ ਆ ਜਿਹੜੀ ਕੀ ਕਰਦੀ ਹੈ, ਐਕਸਲਰੇਸ਼ਨ, ਪ੍ਰੈਸ਼ਰ, ਚੇਂਜ ਜਾਂ ਟੈਂਪਰੇਚਰ ਜਾਂ ਕਿਸੇ ਤਰ੍ਹਾਂ ਫੋਰਸ ਨੂੰ ਕੀ ਕਰਦੀ ਹੈ, ਇਲੈਕਟ੍ਰੀਕਲ ਸਿਗਨਲ ਦੇ ਵਿੱਚ ਕਨਵਰਟ ਕਰ ਦਿੰਦੀ ਹੈ, ਓਕੇ। ਸੋ ਆ ਟਰਾਂਜ਼ਿਸਟਰ ਕੈਨ ਬੀ ਐਨੀਥਿੰਗ ਦੈਟ ਕਨਵਰਟ ਵਨ ਫਾਰਮ ਆਫ ਐਨਰਜੀ ਟੂ ਅਨਦਰ। ਇਹ ਆਪਾਂ ਨੂੰ ਪਤਾ ਵੀ ਟਰਾਂਜ਼ਿਸਟਰ ਕੀ ਚੀਜ਼ ਹੁੰਦਾ ਹੈ। So the piezoelectric material is one kind of transistor. When we squeeze the piezoelectric material or apply any force pressure, the transistor convert electrical signal into voltage, ਠੀਕ ਹੈ। ਯਾਨੀ ਕਿ ਜਦੋਂ ਵੀ ਇਹ ਜਿਹੜੇ ਟਰਾਂਜ਼ਿਸਟਰ ਹੁੰਦੇ ਆ ਜਾਂ ਪੀਜ਼ੋਇਲੈਕਟ੍ਰਿਕ ਮਟੀਰੀਅਲ ਹੁੰਦਾ ਹੈ, ਇਹਦੇ ਉੱਪਰ ਪ੍ਰੈਸ਼ਰ ਜਾਂ ਫੋਰਸ ਆਪਾਂ ਅਪਲਾਈ ਕਰਦੇ ਆ, ਤਾਂ ਇਹ ਕੀ ਕਰਦੇ ਆ, ਜਿਹੜੀ એનર્ਜੀ ਹੁੰਦੀ ਆ, ਜਿਹੜਾ ਪ੍ਰੈਸ਼ਰ ਜਾਂ ਫੋਰਸ એનર્ਜੀ ਆਪਾਂ ਲਗਾਈ ਆ, ਉਹਨੂੰ ਕੀ ਕਰਦਾ, ਇਲੈਕਟ੍ਰੀਕਲ ਸਿਗਨਲ ਜਾਂ ਵੋਲਟੇਜ ਦੇ ਵਿੱਚ ਕਨਵਰਟ ਕਰ ਦਿੰਦਾ। ਤੇ ਉਹ ਵੋਲਟੇਜ ਜਿਹੜਾ ਹੁੰਦਾ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਆ ਕਿ ਕਿੰਨੀ ਆਪਾਂ ਉਹਦੇ ਉੱਪਰ ਜਿਹੜੀ ਆ ਫੋਰਸ ਅਪਲਾਈ ਕੀਤੀ ਹੈ ਜਾਂ ਕਿੰਨਾ ਆਪਾਂ ਪ੍ਰੈਸ਼ਰ ਅਪਲਾਈ ਕੀਤਾ। ਜਿੰਨਾ ਫੋਰਸ ਜਾਂ ਪ੍ਰੈਸ਼ਰ ਜ਼ਿਆਦਾ ਹੋਊਗਾ ਇੱਕ ਲਿਮਿਟ ਤੱਕ, ਬਟ ਉਨੀ ਜ਼ਿਆਦਾ ਆਪਣੇ ਕੋਲ ਕੀ ਹੈ, ਇਲੈਕਟ੍ਰਿਸਿਟੀ ਪ੍ਰੋਡਿਊਸ ਹੋਊਗੀ। ਸੋ ਦਾ ਇਲੈਕਟ੍ਰਿਕ ਵੋਲਟੇਜ ਪ੍ਰੋਡਿਊਸ ਬਾਈ ਪੀਜ਼ੋਇਲੈਕਟ੍ਰਿਕ ਟਰਾਂਜ਼ਿਸਟਰ ਕੈਨ ਬੀ ਈਜ਼ੀਲੀ ਮੇਡ ਬਾਈ ਵੋਲਟੇਜ ਮੇਅਰਿੰਗ ਇੰਸਟਰੂਮੈਂਟ, ਯਾਨੀ ਕਿ ਜਿਹੜੀ ਵੋਲਟੇਜ ਪ੍ਰੋਡਿਊਸ ਕੀਤੀ ਆ ਵੋਲਟਮੀਟਰ ਦੇ ਨਾਲ ਲਗਾ ਕੇ ਆਪਾਂ ਈਜ਼ੀਲੀ ਜਿਹੜੀ ਆ ਉਹ ਮੇਅਰ ਕਰ ਸਕਦੇ ਹਾਂ। ਸੋ ਜਿੰਨਾ ਜ਼ਿਆਦਾ ਪ੍ਰੈਸ਼ਰ ਹੋਊਗਾ ਉਨੀ ਜ਼ਿਆਦਾ ਕੀ ਹੋਊਗੀ ਆਪਣੇ ਕੋਲ ਵੋਲਟੇਜ ਹੋਊਗੀ, ਇਹ ਚੀਜ਼ ਯਾਦ ਰੱਖਿਓ। So in this way physical quantity like mechanical stress or force can be measured directly by using, ਯਾਨੀ ਕਿ ਜੇ ਡਾਇਰੈਕਟਲੀ ਆਪਾਂ ਕੋਈ ਵੀ ਐਕਸਟਰਨਲ, ਇਹ ਜਿਹੜੇ ਟਰਾਂਜ਼ਿਸਟਰ ਆ ਇਹ ਆਪਣੇ ਕੋਲ ਐਕਟਿਵ ਟਰਾਂਜ਼ਿਸਟਰ ਆ। ਦੇਖੋ ਐਕਟਿਵ ਟਰਾਂਜ਼ਿਸਟਰ ਕੀ ਸੀਗਾ, ਐਕਟਿਵ ਟਰਾਂਜ਼ਿਸਟਰ ਦੇ ਵਿੱਚ ਆਪਾਂ ਨੂੰ ਕਿਸੇ ਵੀ ਐਕਸਟਰਨਲ ਜਿਹੜੀ ਸੀਗੀ ਸਪਲਾਈ ਦੇਣ ਦੀ ਕੋਈ ਵੀ ਲੋੜ ਨਹੀਂ ਸੀਗੀ, ਉਹ ਆਪਣੇ ਆਪ 'ਚ ਕੀ ਸੀਗਾ, ਸਪਲਾਈ ਪ੍ਰੋਡਿਊਸ ਕਰਦਾ ਸੀ। ਸੋ ਇਹ ਵੀ ਇੱਕ ਐਕਟਿਵ ਟਰਾਂਜ਼ਿਸਟਰ ਹੀ ਆ ਪੀਜ਼ੋਇਲੈਕਟ੍ਰਿਕ ਟਰਾਂਜ਼ਿਸਟਰ, ਜਿਹਦੇ ਵਿੱਚ ਕੀ ਆ ਆਪਾਂ ਪ੍ਰੈਸ਼ਰ ਜਾਂ ਫੋਰਸ ਜਿਹੜੀ ਆ ਉਹਨੂੰ ਆਪਾਂ ਕਿਹ 'ਚ ਕਨਵਰਟ ਕਰ ਰਹੇ ਹਾਂ, ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰ ਰਹੇ ਹਾਂ, ਠੀਕ ਹੈ। ਸੋ ਆਹ ਦੇਖੋ ਪ੍ਰੈਸ਼ਰ ਪੋਰਟ ਆ, ਫੋਰਸ ਸਮਿੰਗ ਡਿਵਾਈਸ ਆ। ਇਹ ਫੋਰਸ ਸਮਿੰਗ ਡਿਵਾਈਸ ਜਿਹੜੀ ਹੁੰਦੀ ਆ ਇਹ ਈਜ਼ੀਲੀ ਮੂਵੇਬਲ ਹੁੰਦੀ ਆ, ਉੱਪਰ ਥੱਲੇ ਮੂਵ ਕਰਦੀ ਆ। ਬਾਕੀ ਇਹ ਕ੍ਰਿਸਟਲ ਹੁੰਦਾ ਆ, ਕ੍ਰਿਸਟਲ ਜਿਹੜਾ ਕੁਆਰਟਜ਼ ਕ੍ਰਿਸਟਲ ਵੀ ਹੋ ਸਕਦਾ, ਰੋਸ਼ੈਲੇ ਸਾਲਟ ਵੀ ਹੋ ਸਕਦਾ, ਕੋਈ ਵੀ ਹੋ ਸਕਦਾ, ਠੀਕ ਆ। ਸੋ ਇਹ ਜਿਹੜਾ ਕ੍ਰਿਸਟਲ ਹੁੰਦਾ ਇਹਦੇ ਉੱਪਰ ਹੀ ਜਦੋਂ ਬੇਸਿਕਲੀ ਪ੍ਰੈਸ਼ਰ ਪੈਂਦਾ ਤਾਂ ਆਪਾਂ ਨੂੰ ਕੀ ਹੁੰਦਾ, ਆਊਟਪੁੱਟ ਵੋਲਟੇਜ ਮਿਲਦੀ ਆ। ਸੋ ਇੱਥੋਂ ਪ੍ਰੈਸ਼ਰ ਪਾਇਆ ਫੋਰਸ ਸਮਿੰਗ ਡਿਵਾਈਸ ਨੇ, ਥੱਲੇ ਪ੍ਰੈਸ਼ਰ ਪਾਇਆ ਕ੍ਰਿਸਟਲ ਤੇ, ਕ੍ਰਿਸਟਲ ਨੇ ਇਲੈਕਟ੍ਰੋਨ ਪ੍ਰੋਡਿਊਸ ਕੀਤੇ, ਆਪਾਂ ਨੂੰ ਆਊਟਪੁੱਟ ਮਿਲ ਜਾਣੀ ਅੱਗੇ, ਓਕੇ। ਬਾਕੀ ਇਹ ਬੇਸ ਹੁੰਦਾ ਜਿਹਦੇ ਉੱਪਰ ਇਹ ਲਗਾਇਆ। ਸੋ ਕਾਫੀ ਕ੍ਰਿਸਟਲਾਈਨ ਮਟੀਰੀਅਲ ਹੁੰਦੇ ਆ ਲਾਈਕ ਕੁਆਰਟਜ਼, ਰੋਸ਼ੇਲੇ ਸਾਲਟ, ਬੇਰੀਅਮ ਜਾਂ ਟਾਈਟਾਨੇਟ। ਇਹ ਜਿਹੜੇ ਮਟੀਰੀਅਲ ਹੁੰਦੇ ਨੇ ਸਾਰੇ ਇਹਨਾਂ ਦੇ ਵਿੱਚ ਹੀ ਪ੍ਰੋਪਰਟੀ ਹੁੰਦੀ ਆ ਕਿ ਜਦੋਂ ਵੀ ਇਹਨਾਂ ਦੇ ਉੱਪਰ ਆਪਾਂ ਸਟ੍ਰੈਸ ਪਾਉਂਦੇ ਆ ਜਾਂ ਫੋਰਸ ਜਾਂ ਪ੍ਰੈਸ਼ਰ ਪਾਉਂਦੇ ਆ ਤਾਂ ਇਹ ਕੀ ਕਰਦੇ ਆ, EMF ਜਿਹੜੇ ਹੁੰਦੇ ਆ ਇੰਡਿਊਸ ਕਰਨ ਲੱਗ ਪੈਂਦੇ ਆ। ਸੋ ਦਾ quantity of material are used in piezoelectric transistor is these transistor crystal is placed between solid base। ਸੋ ਆ ਦੇਖੋ ਉਹੀ ਦਿਖਿਆ ਕਿ ਜਿਹੜਾ solid base ਹੁੰਦਾ ਆ ਇਹਦੇ ਵਿੱਚ ਹੀ ਇਹਦੇ ਉੱਪਰ ਕੀ ਕਰਦੇ ਆ, ਆਪਾਂ ਕ੍ਰਿਸਟਲ ਲਾ ਦਿੰਦੇ ਆ। ਬਾਕੀ ਜਿਹੜਾ ਮਟੀਰੀਅਲ ਹੁੰਦਾ ਇਹ ਵੀ ਆਪਾਂ ਨੂੰ ਕ੍ਰਿਸਟਲ ਵੀ ਜਿਹੜਾ ਹੁੰਦਾ ਇਹ ਥੋੜਾ ਨਹੀਂ ਹੁੰਦਾ, ਕਾਫੀ ਮਤਲਬ ਕਿ ਰਿਕੁਆਇਰਡ ਹੁੰਦਾ ਆ, ਕਿਉਂਕਿ ਜੇ ਥੋੜਾ ਹੋਊਗਾ ਤਾਂ ਉਹਦੇ ਨਾਲ ਤਾਂ ਇੰਨੀ ਇਲੈਕਟ੍ਰੋਨ ਪ੍ਰੋਡਿਊਸ ਹੀ ਨਹੀਂ ਹੋਣੇ ਕਿ ਆਪਾਂ ਜਿਹੜਾ ਉਹਨੂੰ ਮੇਅਰ ਕਰ ਸਕੀਏ। ਤਾਂ ਥੋੜੀ ਆਪਣੇ ਕੋਲ ਪਾਵਰ એનર્ਜੀ ਹੋਊਗੀ ਤਾਂ ਹੀ ਆਪਾਂ ਉਹਨੂੰ ਐਂਪਲੀਫਾਈ ਕਰਾਂਗੇ ਅੱਗੇ। ਸੋ ਇਸ ਕਰਕੇ ਕੀ ਹੁੰਦਾ, ਬੇਸ ਹੁੰਦਾ, ਬੇਸ ਦੇ ਉੱਪਰ ਕ੍ਰਿਸਟਲ ਲੱਗਾ ਹੁੰਦਾ, ਉਹ ਕ੍ਰਿਸਟਲ ਜਿਹੜਾ ਹੁੰਦਾ ਉਹਦੇ ਉੱਪਰ ਹੀ ਆਪਾਂ ਪ੍ਰੈਸ਼ਰ ਪਾਉਂਦੇ ਹਾਂ ਥਰੂ ਫੋਰਸ ਸਮਿੰਗ ਡਿਵਾਈਸ, ਜਿਹਦੇ ਨਾਲ ਕੀ ਹੁੰਦਾ ਕ੍ਰਿਸਟਲ ਜਿਹੜਾ ਹੁੰਦਾ, ਕਿਉਂਕਿ ਜ਼ਿਆਦਾ ਦੇਖੋ ਜੇ ਆਪਾਂ ਜ਼ਿਆਦਾ ਪ੍ਰੈਸ਼ਰ ਪਾਵਾਂਗੇ ਤਾਂ ਟੁੱਟ ਵੀ ਸਕਦਾ, ਠੀਕ ਹੈ। ਇਸ ਕਰਕੇ ਜਿਹੜਾ ਹੁੰਦਾ ਇਹ ਘੱਟ ਪ੍ਰੈਸ਼ਰ ਦੇ ਉੱਪਰ ਹੀ ਆਪਾਂ ਇਹਨੂੰ ਯੂਜ਼ ਕਰਦੇ ਹਾਂ, ਬਹੁਤ ਜ਼ਿਆਦਾ ਪ੍ਰੈਸ਼ਰ ਇਹਦੇ ਉੱਪਰ ਪਾਉਂਦੇ। ਬਾਕੀ ਜਿਹੜਾ ਇਹਦੇ ਵਿੱਚ ਕ੍ਰਿਸਟਲ ਦੇ ਪ੍ਰੈਸ਼ਰ ਪੇ ਆਊਟਪੁੱਟ ਵੋਲਟੇਜ, ਸੋ ਆਊਟਪੁੱਟ ਵੋਲਟੇਜ ਜਿਹੜੀ ਹੁੰਦੀ ਮਿਲੀ ਵੋਲਟਸ ਦੇ ਵਿੱਚ ਹੁੰਦੀ ਆ, ਯਾਨੀ ਵੋਲਟਸ ਦੇ ਵਿੱਚ ਨਹੀਂ ਹੁੰਦੀ, ਉਹ ਬਹੁਤ ਘੱਟ ਵੋਲਟੇਜ ਜਿਹੜੀ ਹੁੰਦੀ ਹੈ ਨਾ ਇਹ ਕ੍ਰਿਸਟਲ ਜਾਂ ਜਿਹੜੇ ਆਪਣੇ ਕੋਲ ਕੁਆਰਟਜ਼ ਕ੍ਰਿਸਟਲ ਜਾਂ ਮਟੀਰੀਅਲ ਹੁੰਦਾ ਨਾ ਪੀਜ਼ੋਇਲੈਕਟ੍ਰਿਕ ਮਟੀਰੀਅਲ ਬਹੁਤ ਘੱਟ ਵੋਲਟੇਜ ਪ੍ਰੋਡਿਊਸ ਕਰਦਾ, ਮਿਲੀ ਵੋਲਟਸ ਦੇ ਵਿੱਚ ਪ੍ਰੋਡਿਊਸ ਕਰਦਾ। ਸੋ ਇਸ ਕਰਕੇ ਕੀ ਹੈ ਜਿਹੜੀ ਆਊਟਪੁੱਟ ਵੋਲਟੇਜ ਆਈ ਹੈ ਉਹਨੂੰ ਆਪਾਂ ਡਾਇਰੈਕਟ ਵੋਲਟਮੀਟਰ 'ਤੇ ਨਹੀਂ ਮੇਅਰ ਕਰ ਸਕਦੇ, ਕਿਉਂਕਿ ਇੰਨੀ ਘੱਟ ਰੇਟਿੰਗ ਦਾ ਵੋਲਟਮੀਟਰ ਵੀ ਬਣਾਉਣਾ ਪੋਸੀਬਲ ਨਹੀਂ ਹੈ। ਸੋ ਜਿਹੜੇ ਮਿਲੀ ਵੋਲਟ ਆ ਉਹਨੂੰ ਮੇਅਰ ਕਰਨ ਵਾਸਤੇ ਆਪਾਂ ਕੀ ਕਰਦੇ ਆ, ਉਹਨੂੰ ਅੱਗੇ ਐਂਪਲੀਫਾਈ ਕਰ ਦਿੰਦੇ, ਠੀਕ ਹੈ। ਸੋ ਅੱਗੇ ਆਪਾਂ ਕੀ ਕਰਦੇ ਆ, ਐਂਪਲੀਫਾਈ ਲਗਾ ਦਿੰਦੇ ਆ, ਐਂਪਲੀਫਾਇਰ ਲਗਾ ਦਿੰਦੇ, ਉਹ ਐਂਪਲੀਫਾਇਰ ਕੀ ਕਰਦਾ, ਜਿਹੜਾ ਮਿਲੀ ਵੋਲਟ ਹੁੰਦਾ ਉਹਨੂੰ ਐਂਪਲੀਫਾਈ ਕਰਕੇ ਨਾ ਤੇ ਅੱਗੇ ਜਿਹੜੀ ਵੀ ਆਪਣੀ ਮੇਅਰਿੰਗ ਡਿਵਾਈਸ ਆ ਉਹਨੂੰ ਦੇ ਦਿੰਦਾ ਤੇ ਆਪਾਂ ਮੇਅਰ ਕਰ ਲੈਂਦੇ ਆ ਵੀ ਹਾਂ ਵੀ ਇੰਨਾ ਪ੍ਰੈਸ਼ਰ ਆ ਆਪਣੇ ਕੋਲ, ਠੀਕ ਹੈ।
ਸੋ ਇਹ ਚੀਜ਼ ਯਾਦ ਰੱਖਿਓ, ਆਊਟਪੁੱਟ ਕਿਹ 'ਚ ਹੁੰਦੀ ਆ, ਮਿਲੀ ਵੋਲਟਸ ਦੇ ਵਿੱਚ ਆਊਟਪੁੱਟ ਹੁੰਦੀ ਆ। ਸੋ ਉਹਨੂੰ ਵਧਾਉਣ ਵਾਸਤੇ ਜਾਂ ਉਹਦੀ ਰੇਂਜ ਨੂੰ ਐਕਸਟੈਂਡ ਕਰਨ ਵਾਸਤੇ, ਉਹਨੂੰ ਵੋਲਟਸ ਦੇ ਵਿੱਚ ਕਨਵਰਟ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਅੱਗੇ ਐਂਪਲੀਫਾਇਰ ਲਗਾ ਦਿੰਦੇ ਹਾਂ। ਸੋ ਉਹ ਜਿਹੜਾ ਐਂਪਲੀਫਾਇਰ ਹੁੰਦਾ ਆ ਦੈਨ ਉਹ ਐਂਪਲੀਫਾਇਰ ਹੀ ਉਹਨੂੰ ਬਾਅਦ ਵਿੱਚ ਐਂਪਲੀਫਾਈ ਕਰਦਾ ਅਤੇ ਉਹਨੂੰ ਵੋਲਟਸ ਦੇ ਵਿੱਚ ਯਾਨੀ ਕਿ ਉਹਦੀ ਰੇਂਜ ਨੂੰ ਵਧਾ ਕੇ ਅੱਗੇ ਡਿਸਪਲੇ ਦੇ ਉੱਪਰ ਆਪਾਂ ਨੂੰ ਡਿਸਪਲੇ ਕਰ ਦਿੰਦਾ। ਜਿਹੜੀ ਡਿਸਪਲੇ ਹੁੰਦੀ ਉਹ ਫਿਰ ਆਪਾਂ ਫੋਰਸ ਜਾਂ ਜਿਹੜੀ ਵੀ ਚੀਜ਼ ਨੂੰ ਆਪਾਂ ਮੇਅਰ ਕਰਨਾ ਉਹਦੇ ਹਿਸਾਬ ਨਾਲ ਕੈਲੀਬਰੇਟ ਕੀਤੀ ਹੁੰਦੀ, ਠੀਕ ਹੈ। ਸੋ ਇਹ ਪੀਜ਼ੋ ਇਲੈਕਟ੍ਰਿਕ ਟਰਾਂਸਡਿਊਸਰ ਹੁੰਦਾ। ਸੋ ਇਹੀ ਸੀਗਾ ਆਪਣਾ ਅੱਜ ਦਾ ਜਿਹੜਾ ਟੌਪਿਕ ਸੀਗਾ, ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੇ ਟਰਾਂਸਡਿਊਸਰ ਲਾਈਕ ਪੀਜ਼ੋ ਇਲੈਕਟ੍ਰਿਕ, ਫੋਟੋ ਇਲੈਕਟ੍ਰਿਕ, ਐਲਵੀਡੀਟੀ ਬਹੁਤ ਇੰਪੋਰਟੈਂਟ ਹੈ, ਐਲਵੀਡੀਟੀ ਅਤੇ ਸਟ੍ਰੇਨ ਗੇਜ ਜਿਹੜੇ ਸੀਗੇ ਸਟੱਡੀ ਕੀਤੇ ਆ, ਅਤੇ ਇਹਨੂੰ ਤੁਸੀਂ ਨੋਟ ਕਰ ਲਿਓ, ਠੀਕ ਹੈ। ਐਕਟਿਵ ਪੈਸਿਵ ਨੂੰ ਵੀ ਬਹੁਤ ਇੰਪੋਰਟੈਂਟ ਆ ਇਹ ਚੈਪਟਰ ਜਿਹੜਾ ਇਹ ਵੀ। ਸੋ ਆਪਾਂ ਮੇਨ ਟੌਪਿਕ ਜਿਹੜੇ ਆ ਨਾ ਉਹ ਇਹਦੇ ਵਿੱਚ ਸਾਰੇ ਇੰਪੋਰਟੈਂਟ ਹੀ ਆ। ਜਿਹੜੇ ਆਪਾਂ ਲਾਸਟ 'ਚ 4 ਚੈਪਟਰ ਕਰਨੇ ਆ ਸਾਰੇ ਇੰਪੋਰਟੈਂਟ ਹੀ ਆ। ਇਹਦੇ ਵਿੱਚੋਂ ਕਾਫੀ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਇੰਪੋਰਟੈਂਟ ਆ। ਵੈਸੇ ਵੀ ਇਹ ਬੇਸਿਕ ਜਿਹੜੀ ਨੌਲੇਜ ਤੁਹਾਨੂੰ ਇਹਨਾਂ ਚੀਜ਼ਾਂ ਦੇ ਬਾਰੇ ਸਾਰੀ ਹੋਣੀ ਚਾਹੀਦੀ ਹੈ ਕਿ ਟਰਾਂਸਡਿਊਸਰ ਕੀ ਹੁੰਦੇ ਆ, ਕਿਉਂਕਿ ਅੱਜ ਕੱਲ੍ਹ ਦੇਖੋ ਸੈਂਸਰਸ ਦਾ ਜ਼ਮਾਨਾ, ਅੱਜ ਕੱਲ੍ਹ ਸਾਰੇ ਸੈਂਸਰਸ ਹੀ ਯੂਜ਼ ਹੁੰਦੇ ਆ। ਸੋ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਯੂਜ਼ ਹੁੰਦੀਆਂ, ਇਸ ਕਰਕੇ ਤੁਹਾਨੂੰ ਇਹਨਾਂ ਦੇ ਬਾਰੇ ਪਤਾ ਹੋਣੀ ਚਾਹੀਦੀ ਬੇਸਿਕ ਨੌਲੇਜ। ਬਾਕੀ ਪੀਜ਼ੋ ਇਲੈਕਟ੍ਰਿਕ ਟਰਾਂਸਡਿਊਸਰ ਜਿਹੜਾ ਇਹਦੇ ਉੱਪਰ ਤਾਂ ਤੁਸੀਂ ਵਰਕ ਵੀ ਕਰ ਸਕਦੇ ਆ, ਤੁਸੀਂ ਪ੍ਰੋਜੈਕਟ ਵੀ ਬਣਾ ਸਕਦੇ ਆ। ਸਟਰੀਟ ਲਾਈਟ ਦੇ ਰਿਗਾਰਡਿੰਗ ਕੋਈ ਪ੍ਰੋਜੈਕਟ ਬਣਾ ਸਕਦੇ ਆ, ਲਾਈਕ ਸਪੀਡ ਬ੍ਰੇਕਰ ਦੇ ਵਿੱਚ ਕਿਤੇ ਵੀ ਆਪਾਂ ਜੇ ਮੰਨ ਲਓ ਪੀਜ਼ੋ ਇਲੈਕਟ੍ਰਿਕ ਲਗਾਇਆ ਹੋਇਆ ਤਾਂ ਉੱਥੇ ਕੀ ਹੈ ਈਐਮਐਫ ਪ੍ਰੋਡਿਊਸ ਨਹੀਂ, ਜਿਹਨੂੰ ਆਪਾਂ ਸਟੋਰ ਕਰ ਸਕਦੇ ਹਾਂ ਅੱਗੇ, ਠੀਕ ਹੈ। ਬਸ ਇਹ ਆ ਵੀ ਥੋੜ੍ਹਾ ਐਂਪਲੀਫਾਈ ਕਰਨਾ ਪੈਂਦਾ, ਵੋਲਟ ਦਾ ਲੈਵਲ ਆਪਾਂ ਨੂੰ ਵਧਾਉਣਾ ਪੈਂਦਾ, ਮਿਲੀ ਵੋਲਟਸ ਦੇ ਵਿੱਚ ਜਨਰੇਟ ਕਰਦਾ ਹੈ, ਠੀਕ ਹੈ। ਸੋ ਬਾਕੀ ਇਹੀ ਅੱਜ ਦਾ ਆਪਣਾ ਟੌਪਿਕ ਸੀਗਾ। ਇਹਨੂੰ ਨੋਟਸ ਵਗੈਰਾ ਤੁਸੀਂ ਬਣਾ ਲਿਓ, ਕੋਈ ਡਾਊਟ ਹੈ ਤਾਂ ਪੁੱਛ ਲਿਓ। ਥੈਂਕ ਯੂ।